रुखी सुखी खाए कै ठंडा पानी पियो। फरीदा देख पराई चोपड़ी ना तरसाए जियो। वेख पराई चोपड़ी ना तरसाए जियो। आए प्रभ शरणागति कृपा निध दयाल। एक अखर हर मन वस्त नानक होत निहाल। एक अखर हर मन वस्त नानक होत निहाल। भादों परम भुलाणियां दूजै लगा हेत। लख सीगार बनाया कारज नाही केत। जित दिन देह बिन ससी तित बेलै कह संप्रेत। पकड़ चलाइन दूत जम किसै न देनी भेत। छड़ खड़ोते खिनै माहे जिन स्यों लगा हेत। हाथ मरोड़े तन कपे स्याहो होआ सेत। जेहा बीजै सो लूणै कर्मा संदड़ा खेत। नानक प्रभ शरणागति चरण बोहित प्रभ देत। से भादों नरक न पाईऐ गुर रखण वाला हेत। से भादों नरक न पाईऐ गुर रखण वाला हेत। सन्मानजोग गुरु प्यारी साध संगत जी, धन धन साहिब श्री गुरु ग्रंथ साहिब जी महाराज ने किरपा करके सानू साध संगत बख्शी है। सो अज भादों दे महीने की आरंभता हुई आ। ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਉਪਰੰਤ ਬਾਣੀਆਂ ਦੇ ਜਾਪ, ਗੁਰੂ ਕੇ ਸਿੱਖਾਂ ਨੇ ਆਸਾ ਦੀ ਵਾਰ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਭਾਦੋਂ ਦੇ ਮਹੀਨੇ ਨੂੰ ਸਮੁੱਚੇ ਨਗਰ ਵਾਸੀਆਂ ਲਈ ਸੁੱਖਾਂ ਭਰਿਆ, ਖੇੜਾਂ ਭਰਿਆ, ਆਨੰਦ ਭਰਿਆ ਬਤੀਤ ਕਰਵਾ ਲੈਣ। ਹੁਣ ਆਪਾਂ ਗੁਰਬਾਣੀ ਦੇ ਵਿਚਾਰ ਨੂੰ ਸਰਵਣ ਕਰਨ ਵਾਸਤੇ ਗੁਰੂ ਕੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਕਿ ਗੁਰੂ ਸਾਹਿਬ ਜੀ ਨੇ ਭਾਦੋਂ ਦੇ ਮਹੀਨੇ ਦੇ ਵਿੱਚ ਇੱਕ ਸਿੱਖ ਨੂੰ ਕੀ ਸਮਝਾਇਆ। ਸੋ ਆਓ ਗੁਰਬਾਣੀ ਦੀ ਵਿਚਾਰ, ਭਾਦੋਂ ਦੇ ਮਹੀਨੇ ਦੀ ਵਿਚਾਰ ਨੂੰ ਆਰੰਭ ਕਰੀਏ। ਉਸ ਤੋਂ ਪ੍ਰਥਮ ਪਿਆਰ ਦੇ ਨਾਲ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸਜੇ ਹੋਏ ਸਨ, ਸੰਗਤਾਂ ਉਹਨਾਂ ਦੇ ਕੋਲ ਇਕੱਠੀਆਂ ਹੋ ਕੇ
ਆਈਆਂ ਤੇ ਬੇਨਤੀ ਕੀਤੀ, ਮਹਾਰਾਜ ਇੱਕ ਫਰਿਆਦ ਲੈ ਕੇ ਆਏ ਹਾਂ ਤੁਹਾਡੇ ਪਾਸ। ਗੁਰੂ ਸਾਹਿਬ ਜੀ ਨੇ ਆਖਿਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿਹੜੀ ਸੰਗਤ ਆ ਉਹ ਪਰਮਾਤਮਾ ਦਾ ਰੱਬੀ ਰੂਪ ਹੁੰਦੀ ਆ। ਫਰਮਾਓ ਜੀ ਕੀ ਕਹਿਣਾ ਚਾਹੁੰਦੇ ਹੋ, ਹੁਕਮ ਕਰੋ। ਸੰਗਤਾਂ ਨੇ ਆਖਿਆ, ਗੁਰੂ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 12 ਮਹੀਨਿਆਂ ਦੇ ਪ੍ਰਥਾਏ, ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ 12 ਮਾਹ, ਉਹ ਬੜੀ ਮਹਿੰਗੀ ਬਾਣੀ ਆ। ਉਹਦੇ ਵਿੱਚ ਜੋ ਅਲਫਾਜ਼ ਨੇ, ਸ਼ਬਦ ਨੇ, ਉਹ ਸਾਨੂੰ ਸਮਝ ਨਹੀਂ ਆਉਂਦੇ। ਆਪ ਜੀ ਉਹਨਾਂ ਦੀ ਹੀ ਜੋਤ ਹੋ, ਉਹਨਾਂ ਦਾ ਹੀ ਰੂਪ ਹੋ। ਇਵੇਂ ਕਰੋ, ਕੋਈ ਸਰਲ ਬਾਣੀ ਉਚਾਰੋ ਜਿਹੜੀ ਸੁਣਦਿਆਂ ਸਾਰ ਸਾਨੂੰ ਸਮਝ ਆਵੇ। ਮਹੀਨਿਆਂ ਦੇ ਪ੍ਰਥਾਏ, ਇੱਕ ਇੱਕ ਮਹੀਨੇ ਵਾਸਤੇ ਕੋਈ ਸਰਲ ਬਾਣੀ। ਗੁਰੂ ਸਾਹਿਬ ਜੀ ਸੰਗਤ ਦਾ ਹੁਕਮ ਕਿਵੇਂ ਮੋੜ ਸਕਦੇ ਨੇ, ਜਾਂ ਸੰਗਤਾਂ ਦੀ ਬੇਨਤੀ? ਤਾਂ ਉਹਨਾਂ ਫਿਰ ਆਖਿਆ, ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 12 ਮਾਹਾਂ ਨੇ, ਤੇ ਉਹਨਾਂ ਫਿਰ ਮਾਝ ਰਾਗ ਦੇ ਵਿੱਚ ਬੜੀ ਸਰਲ ਬਾਣੀ ਉਚਾਰੀ, ਜਿਹੜੀ ਆਪ ਜੀ ਨੇ ਗੁਰੂ ਕੇ ਸਿੱਖ ਦੇ ਪਾਸੋਂ ਹੁਣ ਸਰਵਣ ਕੀਤੀ ਆ। ਬਹੁਤ ਸੰਗਤਾਂ ਇਹਨੂੰ ਸੁਣ ਕੇ ਹੀ ਸਮਝ ਲੈਂਦੀਆਂ ਨੇ ਕਿ ਗੁਰੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਨੇ। ਸੋ ਆਓ, ਇਹ ਭਾਦੋਂ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਕੀ ਸਮਝਾਉਂਦੇ ਨੇ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਇਹ ਨਾਂ ਤੋਂ ਹੀ ਜਿਵੇਂ ਇਹਦੇ ਸਪਸ਼ਟ ਹੁੰਦਾ, ਕਿਸੇ ਵੀ ਚੀਜ਼ ਨੂੰ ਸਮਝਣਾ ਹੋਵੇ ਨਾ, ਸ਼ਬਦ ਨੂੰ, ਉਹਨੂੰ ਤੋੜ ਕੇ ਜੇ ਆਪਾਂ ਦੇਖੀਏ ਤਾਂ ਉਹਦੇ ਅਰਥ ਉਹਦੇ 'ਚ ਹੀ ਲੁਕੇ ਹੁੰਦੇ ਨੇ। ਭਾ ਦੋਏ, ਭਾ ਦੋਏ ਭਾਵ ਕੀ? ਦੋ ਭਾ। ਜੇ ਆਪਾਂ ਬਾਹਰੀ ਤਲ ਤੇ ਵੇਖੀਏ, ਭਾਦੋਂ ਦੇ ਮਹੀਨੇ ਵਿੱਚ ਜਿਹੜਾ ਦਿਨ ਹੁੰਦਾ ਬਹੁਤ ਜ਼ਿਆਦਾ ਗਰਮ ਹੁੰਦੇ ਨੇ, ਤਪਸ਼ ਹੁੰਦੀ ਆ। ਪਰ ਜਦੋਂ ਅੱਧੀ ਭਾਦੋਂ ਲੰਘ ਜਾਂਦੀ ਆ ਤੇ ਰਾਤਾਂ ਠੰਡੀਆਂ ਹੋਣ ਲੱਗ ਜਾਂਦੀਆਂ ਨੇ। ਦੋ ਭਾਅ ਵਾਲਾ ਹੈ ਇਹ ਮੌਸਮ। ਦਿਨੇ ਜਿਹੜੀ ਆ ਤਪਸ਼ ਹੁੰਦੀ ਆ, ਪਰ ਰਾਤ ਨੂੰ ਜਿਵੇਂ ਜਿਵੇਂ ਅੱਗੇ ਦੀ ਅੱਗੇ ਮਹੀਨਾ ਲੰਘਦਾ, 15 ਦਿਨਾਂ ਤੋਂ ਪਾਰ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਹੁਤ ਇਨਸਾਨ ਨੇ ਜਿਹੜੇ ਕਿ ਭਾਦੋਂ ਦੇ ਮਹੀਨੇ ਵਰਗੇ ਹੀ ਹੁੰਦੇ ਨੇ। ਭਾ ਦੋਏ, ਦੋ ਭਾਅ ਦੇ ਵਿੱਚ ਜਿਉਂਦੇ ਨੇ। ਪਹਿਲਾਂ ਬਿਲਕੁਲ ਸ਼ਾਂਤ, ਕੁਝ ਸਮੇਂ ਬਾਅਦ ਬਿਲਕੁਲ ਕ੍ਰੋਧੀ ਹੋ ਜਾਂਦੇ ਨੇ। ਪਹਿਲਾਂ ਬਿਲਕੁਲ ਉਦਾਰ ਚਿੱਤ ਹੁੰਦੇ ਨੇ, ਵੰਡਣ ਦੀ ਵਿਰਤੀ ਵਾਲੇ ਹੁੰਦੇ ਨੇ, ਕੁਝ ਸਮੇਂ ਬਾਅਦ ਖੋਣ ਦੀ ਵਿਰਤੀ ਵਾਲੇ ਹੋ ਜਾਂਦੇ ਨੇ। ਭਾ ਦੋਏ, ਦੋ ਭਾਅ ਵਾਲੇ। ਸੰਸਾਰ ਦੀ ਇੱਛਾ ਵੀ ਰੱਖਦੇ ਨੇ, ਕਰਤਾਰ ਦੀ ਇੱਛਾ ਵੀ ਰੱਖਦੇ ਨੇ। ਭਾ ਦੋਏ, ਦੋ ਭਾਅ ਦੇ ਵਿੱਚ ਜ਼ਿੰਦਗੀ ਨੂੰ ਜਿਉਣ ਵਾਲੇ। ਜਿਹੜੇ ਇੱਦਾਂ ਦੇ ਬੰਦੇ ਹੁੰਦੇ ਨੇ, ਉਹ ਭਰਮਾਂ ਦੇ ਵਿੱਚ ਹੁੰਦੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ, ਤੇ ਭਾ ਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਭਰਮਾਂ ਦੇ ਵਿੱਚ, ਅਗਿਆਨਤਾ ਦੇ ਵਿੱਚ ਆਪਦੀ ਜ਼ਿੰਦਗੀ ਨੂੰ ਕੱਢ ਦਿੰਦੇ ਨੇ। ਜਿਵੇਂ ਭਾਦੋਂ ਦਾ ਮਹੀਨਾ ਦੋ ਭਾਅ ਦੀ ਤਰ੍ਹਾਂ ਚੱਲਦਾ, ਦਿਨੇ ਤਪਸ਼, ਰਾਤ ਨੂੰ ਮੌਸਮ ਦਾ ਫਰਕ ਪੈ ਜਾਂਦਾ। ਇੱਦਾਂ ਹੀ ਕੁਝ ਬੰਦੇ ਠੰਡੇ ਹੁੰਦੇ ਨੇ, ਇੱਕਦਮ ਕ੍ਰੋਧੀ ਹੋ ਜਾਂਦੇ ਨੇ। ਉਹਨਾਂ ਨੂੰ ਸੰਸਾਰ ਦੀ ਤਮੰਨਾ ਵੀ ਹੁੰਦੀ ਆ, ਇੱਛਾ ਹੁੰਦੀ ਆ, ਕਰਤਾਰ ਦੀ ਇੱਛਾ ਵੀ ਹੁੰਦੀ ਆ। ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਜਿਵੇਂ ਕਿ ਇੱਕ ਜੀਵ ਇਸਤਰੀ, ਜਿਵੇਂ ਉਦਾਹਰਨ ਆਪਾਂ ਕਹਿ ਸਕਦੇ ਹਾਂ, ਕੋਈ ਨਵ ਵਿਆਹੀ ਇਸਤਰੀ ਆ ਜਿਹੜੀ, ਉਹ ਜੋੜਾ ਵੀ ਪਾਉਂਦੀ ਆ, ਸੁਹਾਗ ਦਾ ਜੋੜਾ ਵੀ ਪਾਉਂਦੀ ਆ, ਚੂੜਾ ਵੀ ਪਾਉਂਦੀ ਆ, ਕਲੀਰੇ ਵੀ ਬੰਨ੍ਹਦੀ ਆ, ਸਭ ਕੁਝ ਕਰਦੀ ਆ, 16 ਸ਼ਿੰਗਾਰ। ਜੇ ਉਹ ਸਭ ਕੁਝ ਕਰੇ ਪਰ ਉਹਦੇ ਕੋਲ ਪਤੀ ਨਾ ਹੋਵੇ ਤਾਂ ਉਹ ਸੁਹਾਗਣ ਨਹੀਂ ਕਹੀ ਜਾ ਸਕਦੀ। ਚੂੜਾ ਭੰਨ ਪਲੰਗ ਸਿਉ ਮੰਦੇ, ਸਣ ਬਾਹੀ ਸਣ ਬਾਹਾ, ਇੱਥੇ ਵੇਸ ਕਰੇਂਦੀ ਏ ਮੁੰਦੇ 100 ਰਾਤੋ ਅਬਰਾਹ।
ਗੁਰੂ ਸਾਹਿਬ ਜੀ ਕਹਿੰਦੇ ਨੇ, ਐਸਾ ਸ਼ਿੰਗਾਰ, ਐਸਾ ਪਾਇਆ ਹੋਇਆ ਹੱਥਾਂ ਦੇ ਵਿੱਚ ਚੂੜਾ, ਹੇ ਜੀਵ ਇਸਤਰੀ ਤੂੰ ਭੰਨ ਦੇ ਪਲੰਗ ਦੇ ਨਾਲ, ਪਾਵੇ ਨਾਲ ਮਾਰ ਕੇ। ਕਾਰਨ ਕੀ? ਉਹਦਾ ਫਾਇਦਾ ਕੋਈ ਨਹੀਂ। ਭਾਵ ਕਿ ਉਹ ਕਰਮਾਂ ਦਾ, ਉਹ ਪਖੰਡਾਂ ਦਾ ਕੋਈ ਫਾਇਦਾ ਨਹੀਂ ਜਿਹੜੇ ਗੁਰੂ ਨੂੰ ਪ੍ਰਵਾਨ ਹੀ ਨਹੀਂ ਹੁੰਦੇ। ਲੱਖ ਸੀਗਾਰ ਬਣਾਇਆ, ਕਾਰਜ ਨਾਹੀਂ ਕੇਤ। ਦੁਨੀਆ ਤੇ ਆ ਕੇ ਲੋਕ ਜਿਹੜੇ ਨੇ ਵਹਿਮਾਂ 'ਚ ਫਸ ਜਾਂਦੇ ਨੇ, ਭਰਮਾਂ 'ਚ ਫਸ ਜਾਂਦੇ ਆ। ਜਿਵੇਂ ਰਾਤ ਨੂੰ ਰੱਸੀ ਪਈ ਹੁੰਦੀ ਆ, ਹਨੇਰੇ 'ਚ ਲੱਗੇਗਾ ਕਿ ਸੱਪ ਆ, ਦਰਖਤ ਇਉਂ ਲੱਗਣਗੇ ਜਿਵੇਂ ਇਨਸਾਨ ਖੜੇ ਨੇ, ਲੁਟੇਰੇ ਖੜੇ ਨੇ, ਰਾਹ 'ਚ ਜਾਂਦਿਆਂ ਨੂੰ ਭੁਲੇਖਾ ਪੈਂਦਾ, ਪਰ ਉਹ ਹੁੰਦੇ ਤਾਂ ਨਹੀਂ। ਇਵੇਂ ਬੰਦੇ ਨੂੰ ਬਹੁਤ ਤਰ੍ਹਾਂ ਦੇ ਭਰਮ ਨੇ, ਜਿਸ ਕਰਕੇ ਹੀ ਉਹ ਬਹੁਤ ਸਾਰੇ ਪਖੰਡਾਂ 'ਚ ਪੈ ਕੇ ਹਾਰ ਸ਼ਿੰਗਾਰ ਕਰਦਾ ਪਖੰਡਾਂ ਦਾ, ਪਰ ਉਹ ਗੁਰੂ ਨੂੰ ਪ੍ਰਵਾਨ ਨਹੀਂ ਹੁੰਦੇ। ਕਾਰਜ ਨਾਹੀਂ ਕੇਤ, ਉਹ ਭਾਉਂਦੇ ਨਹੀਂ, ਚੰਗੇ ਨਹੀਂ ਲੱਗਦੇ। ਲੱਖ ਸੀਗਾਰ ਬਣਾਇਆ, ਕਾਰਜ ਨਾਹੀਂ ਕੇਤ। ਇਨਸਾਨ ਨੇ ਬਹੁਤ ਸ਼ਿੰਗਾਰ ਕੀਤੇ, ਹਾਰ ਲਾਏ, ਕਲੀਰੇ ਬੰਨੇ, ਭਾਵ ਕਿ ਕਰਮ ਕੀਤੇ ਵੱਖ ਵੱਖ, ਪਰ ਪਤੀ ਨਹੀਂ ਮਿਲਿਆ। ਪਤੀ ਦਾ ਵਸਲ ਉਹਨੂੰ ਨਸੀਬ ਨਹੀਂ ਹੋ ਸਕਿਆ। ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ। ਕੁਦਰਤੀ ਤੌਰ ਤੇ ਨਾ ਗੁਰੂ ਦੀ ਬਾਣੀ ਦੇ ਵਿੱਚ ਮੌਤ ਦੇ ਪ੍ਰਕਰਨ ਬਹੁਤ ਜ਼ਿਆਦਾ ਨੇ, ਤੇ ਜਿਹੜਾ ਭਾਦੋਂ ਦਾ ਮਹੀਨਾ, ਇਹ 'ਚ ਗੁਰੂ ਸਾਹਿਬ ਨੇ ਸਾਰੇ ਹੀ ਮੌਤ ਦੇ ਪ੍ਰਕਰਨ ਦੱਸੇ ਨੇ। ਕਿਉਂਕਿ ਇਨਸਾਨ ਨਾ ਜਦੋਂ ਵੀ ਜਾਗਦਾ, ਇਹਨੂੰ ਮੌਤ ਜਗਾਉਂਦੀ ਆ। ਧਰਮ ਜਿਹੜਾ ਹੁੰਦਾ ਉਹ ਬੰਦੇ ਨੂੰ ਜਿਉਣਾ ਸਿਖਾਉਂਦਾ ਤੇ ਮਰਨਾ ਵੀ ਸਿਖਾਉਂਦਾ। ਮੌਤ ਬੰਦੇ ਨੂੰ ਜਗਾਉਂਦੀ ਆ, ਸੱਚ ਦਿਖਾਉਂਦੀ ਆ, ਸ਼ੀਸ਼ਾ ਦਿਖਾਉਂਦੀ ਆ। ਗੁਰੂ ਮੌਤ ਬਾਰੇ ਚੇਤਾ ਕਰਾਉਂਦਾ, ਤਾਂ ਹੀ ਗੁਰੂ ਵੀ ਇੱਕ ਸ਼ੀਸ਼ਾ ਹੀ ਆ। ਜਿਹੜਾ ਸਾਡੇ ਘਰਾਂ 'ਚ ਸ਼ੀਸ਼ਾ ਲੱਗਾ, ਉਹਨੂੰ ਅਸੀਂ ਜਦੋਂ ਵੇਖਦੇ ਹਾਂ, ਉਹ ਸਾਡੇ ਦਸਤਾਰ ਬਾਰੇ, ਸਾਡੇ ਕੱਪੜਿਆਂ ਬਾਰੇ, ਸਾਡੇ ਚਿਹਰੇ ਬਾਰੇ, ਚਿਹਰੇ ਤੇ ਲੱਗੇ ਦਾਗਾਂ ਬਾਰੇ ਦੱਸਦਾ। ਗੁਰੂ ਇਹੋ ਜਿਹਾ ਸ਼ੀਸ਼ਾ ਜਿਹੜਾ ਸਾਡੇ ਮਨ ਤੇ ਲੱਗੀ ਹੋਈ ਮੈਲ ਬਾਰੇ, ਸਾਡੀਆਂ ਕਮੀਆਂ ਬਾਰੇ, ਸਾਡੇ ਔਗਣਾਂ ਬਾਰੇ ਸਾਨੂੰ ਦਿਖਾਉਂਦਾ ਵੀ ਆਹ ਤੇਰੇ ਵਿੱਚ ਕਮੀਆਂ ਨੇ। ਗੁਰੂ ਵੀ ਇੱਕ ਸ਼ੀਸ਼ਾ ਹੀ ਆ। ਤਾਂ ਇੱਥੇ ਮਹਾਰਾਜ ਨੇ ਸਾਰੇ ਪ੍ਰਕਰਨ ਮੌਤ ਦੇ ਹੀ ਲਏ ਨੇ। ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ। ਬੰਦਾ ਸਾਰੀ ਜ਼ਿੰਦਗੀ ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਕਰਦਾ ਹੈ ਸਾਰੀ ਜ਼ਿੰਦਗੀ, ਪਰ ਉਹਦੀ ਇਹ ਜਿਹੜੀ ਮੇਰ ਆ ਇੱਕ ਛਿੰਦੇ ਵਿੱਚ ਉੱਪਰੀ ਹੋ ਜਾਂਦੀ ਆ, ਪਰਾਈ ਹੋ ਜਾਂਦੀ ਆ, ਬਗਾਨੀ ਹੋ ਜਾਂਦੀ ਆ। ਧਰਮ ਰਾਏ ਨੇ ਜਦੋਂ ਜਮਦੂਤ ਘੱਲੇ, ਤੁਹਾਡੀ ਚਿੱਠੀ ਫੜਾਉਣਗੇ ਆਣ ਬੰਦੇ। ਖਾਲੀ ਪਿੰਜਰਾ ਖੜਕਦਾ ਰਹਿ ਜਾਣਾ, ਲਾ ਜਾਊਗਾ ਭੌਰ ਉਡਾਣ ਬੰਦੇ। ਤੇਰੀ ਸਾਂਝ ਪਰਿਵਾਰ ਨਾਲੋਂ ਮੁੱਕ ਜਾਣੀ, ਵਿੱਚ ਰਹੇ ਨਾ ਜਦੋਂ ਪ੍ਰਾਣ ਬੰਦੇ। ਸਾਰੇ ਤੱਕਣਗੇ ਤੈਨੂੰ, ਤੂੰ ਤੱਕਣਾ ਨਹੀਂ, ਪਿਆ ਹੋਏਗਾ ਲੰਮੀਆਂ ਤਾਣ ਬੰਦੇ। ਭਾਈਚਾਰੇ ਨੇ ਕਰਵਾ ਦੇਣਾ ਜਾਂਦੀ ਵਾਰ ਦਾ ਇਸ਼ਨਾਨ ਬੰਦੇ। ਤੇਰੀ ਅਰਥੀ ਨੂੰ ਆਪਣੇ ਲਾ ਮੋਢੇ, ਤੈਨੂੰ ਵੱਲ ਸ਼ਮਸ਼ਾਨ ਲੈ ਜਾਣ ਬੰਦੇ। ਤੇਰੇ ਨਾਲ ਸੀ ਜਿਨ੍ਹਾਂ ਦਾ ਰੋਸ, ਭਾਵੇਂ ਜੱਥਰੂ ਕੇਰਦੇ ਜਾਣ ਬੰਦੇ। ਨੀ ਰਬਾਬੀਆ ਪਰਤ ਕੇ ਫੇਰ ਆਉਣਾ, ਛੱਡ ਜਾਏਗਾ ਜੱਗ ਜਹਾਨ ਬੰਦੇ, ਛੱਡ ਜਾਏਗਾ ਜੱਗ ਜਹਾਨ ਬੰਦੇ। ਤਾਂ ਇਸ ਤੋਂ ਇੱਕ ਮਸਕੀਨ ਸਾਹਿਬ ਜੀ ਦੀ ਗਾਥਾ ਯਾਦ ਆ ਜਾਂਦੀ ਆ। ਉਹਨਾਂ ਦੀ ਇੱਕ ਕਿਤਾਬ ਹੈ, ਉਹਨਾਂ ਦੀਆਂ ਲਿਖੀਆਂ ਹੋਈਆਂ ਅਨਭਵੀ ਗਥਾਵਾਂ। ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ, ਕਹਿੰਦੇ ਇੱਕ ਵਾਰ ਮੈਨੂੰ ਸੰਗਤ ਨੇ ਕਿਸੇ ਗੁਰੂ ਘਰ ਦੇ ਵਿੱਚ ਬੁਲਾਇਆ, ਤੇ ਭਾਦੋਂ ਦਾ ਮਹੀਨਾ ਸੀ ਕਥਾ ਕਰਨ ਵਾਸਤੇ। ਕਹਿੰਦੇ ਕੁਦਰਤੀ ਤੌਰ ਤੇ ਹੁਣ ਸਾਰੇ ਪ੍ਰਕਰਨੇ ਦੇ ਵਿੱਚ ਮੌਤ ਦੇ ਨੇ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਲਿਖਿਆ, ਕਹਿੰਦੇ ਮੈਂ ਕਥਾ ਫਿਰ ਉਵੇਂ ਹੀ ਕਰਨੀ ਸੀ, ਉਹ 'ਚ ਸਾਰੇ ਮੌਤ ਦੇ ਪ੍ਰਕਰਨ ਸੀ, ਉੱਪਰੋਂ ਸੰਗਰਾਮ ਦਾ ਦਿਹਾੜਾ ਸੀ। ਕਹਿੰਦੇ ਸਾਰੀ ਸਮਾਪਤੀ ਹੋਈ, ਇੱਕ ਸੱਜਣ ਮੇਰੇ ਕੋਲ ਚੱਲ ਕੇ ਆਇਆ। ਭਾਦੋਂ ਦੇ ਮਹੀਨੇ ਵਿੱਚ ਸਾਰੇ ਪ੍ਰਕਰਨ ਮੌਤ ਦੇ ਹੀ ਆ, ਤੇ ਬਹੁਤ ਬਾਣੀ ਵਿੱਚ ਪ੍ਰਕਰਨ ਮੌਤ ਦੇ ਹੀ ਆ, ਜਿਹੜੀ ਆਪਾਂ ਨੂੰ ਜਗਾਉਂਦੀ ਹੈ, ਕਿਉਂਕਿ ਅਸੀਂ ਇਦੋਂ ਬਿਨਾਂ ਜਾਗਦੇ ਨਹੀਂ।
ਇੱਕ ਸੱਜਣ ਆ ਕੇ ਕਹਿਣ ਲੱਗਾ, ਮਸਕੀਨ ਸਾਹਿਬ ਜੀ, ਅਸੀਂ ਤਾਂ ਮਸਾਂ ਗੁਰੂ ਘਰੇ ਆਏ ਸੀ, ਅੱਜ ਭਾਦੋਂ ਦੀ ਸੰਗਰਾਂਦ ਵਾਲੇ ਦਿਨ, ਰੋਜ਼ ਸਾਥੋਂ ਆਇਆ ਨਹੀਂ ਜਾਂਦਾ, ਤੇ ਤੁਸੀਂ ਇਹ ਮੌਤ ਦੀਆਂ ਗੱਲਾਂ ਸੁਣਾ ਕੇ ਸਾਡਾ ਮਨ ਹੋਰ ਤਰ੍ਹਾਂ ਦਾ ਕਰ ਦਿੱਤਾ। ਉਹਨਾਂ ਜਵਾਬ ਦਿੱਤਾ ਸੀ, ਕਹਿੰਦੇ ਇਹਦਾ ਅਰਥ ਇਹ ਆ ਕਿ ਤੂੰ ਸੱਚ ਨੂੰ ਜਾਣਨਾ ਨਹੀਂ ਚਾਹੁੰਦਾ, ਸੱਚ ਤੋਂ ਦੂਰ ਭੱਜਣਾ ਚਾਹੁੰਦਾ, ਜਦ ਕਿ ਮੌਤ ਅਟਲ ਸੱਚਾਈ ਹੈ। ਇਹਦੀ ਕਚਹਿਰੀ ਚੋਂ ਕੋਈ ਬਰੀ ਨਹੀਂ ਹੋਇਆ, ਮੌਤ ਦੀ ਕਚਹਿਰੀ ਚੋਂ ਕੋਈ ਹੋਇਆ ਹੈ ਬਰੀ? ਕੋਈ ਵੀ ਬਰੀ ਨਹੀਂ ਹੋਇਆ। ਰਾਣਾ ਤੇ ਚਾਹੇ ਕੋਈ ਰਾਜਾ ਹੈ, ਚਾਹੇ ਰੰਕ ਆ, ਬਰਾਬਰੀ ਇਹਨਾਂ ਦੋਨਾਂ ਨੂੰ ਸਮ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਕਹਿੰਦੇ ਚ ਸਾਡਾ ਕੋਈ ਕਸੂਰ ਨਹੀਂ, ਜੇ ਤੂੰ ਮੌਤ ਦੀਆਂ ਗੱਲਾਂ ਨੂੰ ਸੁਣ ਨਹੀਂ ਸਕਦਾ, ਤੇਰੇ ਚੋਂ ਖੁੱਲ੍ਹ ਦਿਲੀ ਨਹੀਂ ਕਿ ਤੂੰ ਸੱਚ ਨੂੰ ਸੁਣ ਸਕੇ। ਜਦੋਂ ਕਿ ਮਹਾਰਾਜ ਦੀ ਬਾਣੀ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਇਹਦੀ ਸ਼ੁਰੂਆਤ ਹੀ ਮੌਤ ਤੋਂ ਹੁੰਦੀ ਹੈ। ਜਿਹਨੂੰ ਮੌਤ ਕਬੂਲ ਨਹੀਂ ਉਹ ਸਿੱਖ ਨਹੀਂ ਹੋ ਸਕਦਾ, ਜਿਹਨੂੰ ਮੌਤ ਵਾਲੀਆਂ ਗੱਲਾਂ ਪ੍ਰਵਾਨ ਨਹੀਂ ਉਹ ਗੁਰੂ ਦਾ ਸਿੰਘ ਨਹੀਂ ਹੋ ਸਕਦਾ, ਜੋ ਮੌਤ ਤੋਂ ਡਰਦਾ ਹੈ ਉਹ ਖਾਲਸਾ ਨਹੀਂ ਹੋ ਸਕਦਾ। ਇਹ ਤਿੰਨੇ ਗੱਲਾਂ ਨੇ। ਖੈਰ ਗੁਰੂ ਮਹਾਰਾਜ ਇੱਥੇ ਕਹਿੰਦੇ ਨੇ, ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ। ਜਿਸ ਦਿਨ ਦੇਹ ਜਿਹੜੀ ਆ ਬਿਨਸਦੀ ਆ, ਦੇਹ ਤੇ ਰੂਹ ਦਾ ਵਿਛੋੜਾ ਹੁੰਦਾ, ਭਾਵ ਕਿ ਉਦੋਂ ਹੀ ਇਨਸਾਨ ਸਰੀਰ ਨੂੰ ਕਹਿੰਦੇ ਨੇ ਪ੍ਰੇਤ ਆ। ਤਿਤ ਵੇਲੇ ਕਹਿਸਨ ਪ੍ਰੇਤ, ਇਹ ਲਾਸ਼ ਆ, ਇਹ ਮੁਰਦਾ ਹੈ। ਇੱਕ ਇਸਲਾਮ ਦੀ ਘਟਨਾ ਹੈ, ਬੜੀ ਸੁੰਦਰ ਆ। ਇੱਕ ਬੜੇ ਅਮੀਰ ਸਨ ਵਿਅਕਤੀ, ਬਹੁਤ ਚੜ੍ਹਦੀ ਕਲਾ ਵਾਲੇ ਵੀ ਸਨ, ਤੇ ਉਹਨਾਂ ਦੀ ਕਿਸੇ ਕਾਰਨ ਕਰਕੇ ਤੇ ਮੌਤ ਹੋ ਗਈ, ਤੇ ਦੋ ਉਹਨਾਂ ਦੇ ਬੇਟੇ ਸਨ। ਬਹੁਤ ਜ਼ਿਆਦਾ ਅਮੀਰ ਘਰਾਣਾ ਸੀ, ਤੇ ਮੌਲਵੀ ਸਾਹਿਬ ਨੂੰ ਫਾਤੀਆ ਪੜ੍ਹਨ ਲਈ ਲੈ ਕੇ ਗਏ, ਫਿਰ ਹੈਲੀਕਾਪਟਰ ਦੇ ਉੱਪਰ ਬਿਠਾ ਕੇ। ਉਹ ਜਦੋਂ ਗਏ ਤੇ ਉਹਨਾਂ ਜਾ ਕੇ ਦੇਖਿਆ, ਆਖਰੀ ਇਸ਼ਨਾਨ ਜਦੋਂ ਕਰਾਉਂਦੇ ਨੇ ਤੇ ਕਹਿਣ ਲੱਗੇ ਕਿ ਇਹਦੇ ਪਿਤਾ ਦੇ ਜਿਹੜੇ ਕੱਪੜੇ ਪਾਏ ਹੋਏ ਨੇ, ਇਹ ਮੈਂ ਇਹਨਾਂ ਦੇ ਪੁੱਤਰਾਂ ਨੂੰ ਦੇ ਦਿੰਦਾ, ਵੀ ਆਖਰੀ ਨਿਸ਼ਾਨੀ ਆ, ਤੁਹਾਡੇ ਪਿਤਾ ਦੀ ਆਖਰੀ ਨਿਸ਼ਾਨੀ ਹੈ, ਇਹਨੂੰ ਸਾਂਭ ਲਓ। ਮੌਲਵੀ ਜੀ ਕਹਿੰਦੇ, ਮੈਂ ਪਹਿਲਾਂ ਵੱਡੇ ਪੁੱਤਰ ਕੋਲ ਗਿਆ, ਆਖਿਆ ਆ ਜਿਹੜੇ ਤੁਹਾਡੇ ਪਿਤਾ ਜੀ ਅਕਾਲ ਚਲਾਣਾ ਕਰ ਗਏ, ਦੁੱਖ ਮੈਨੂੰ ਵੀ ਆ, ਪਰ ਅੱਲਾ ਦਾ ਹੁਕਮ ਆ, ਕੀ ਕਰੀਏ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਜ਼ ਕਿਸ ਐਸੋਂ ਕੀਜੈ। ਕੁਝ ਕਰ ਨਹੀਂ ਸਕਦੇ, ਪਰ ਤੁਸੀਂ ਇਉਂ ਕਰੋ, ਤੁਹਾਡੇ ਪਿਤਾ ਜੀ ਦੇ ਕੱਪੜੇ ਜਿਹੜੇ ਆ, ਤੇ ਸਰਦੀ ਦਾ ਮੌਸਮ ਸੀ, ਪਾਇਆ ਹੋਇਆ ਸਵਾਟਰ ਮੈਂ ਉਤਾਰ ਦਿੰਨਾ, ਤੇ ਤੁਸੀਂ ਉਹ ਪਹਿਨ ਲਿਆ ਕਰਨਾ, ਤੇ ਤੁਹਾਡਾ ਕੱਦ ਕਾਠ ਵੀ ਪਿਤਾ ਦੇ ਨਾਲ ਮਿਲਦਾ ਬਿਲਕੁਲ, ਤੇ ਤੁਹਾਡੇ ਪਿਤਾ ਦੀ ਯਾਦ ਆ, ਇਹਨੂੰ ਸਾਂਭ ਲਓ, ਆਖਰੀ ਨਿਸ਼ਾਨੀ ਹੈ। ਕਹਿਣ ਲੱਗੇ, ਮੌਲਵੀ ਸਾਹਿਬ ਜੀ ਤੁਹਾਡਾ ਦਿਮਾਗ ਲੱਗਦਾ ਵੀ ਖਰਾਬ ਹੋ ਗਿਆ, ਤਵਾਜ਼ਨ ਖੋ ਗਏ ਹੋ, ਪਿਤਾ ਸਾਡਾ ਮਰਿਆ, ਲੱਗਦਾ ਕਿ ਤੁਹਾਡੀ ਖਾਨਿਓਂ ਅਕਲ ਚਲੀ ਗਈ, ਇਹ ਮੁਰਦਾ ਹੈ, ਇਹਦੇ ਕੱਪੜੇ ਅਸੀਂ ਕਿਵੇਂ ਪਹਿਨੀਏ, ਕਿਵੇਂ ਪਹਿਨ ਸਕਦੇ ਹਾਂ। ਦੂਜੇ ਨੂੰ ਪੁੱਛਿਆ, ਉਹਨੇ ਵੀ ਉਹਦੀ ਗੱਲ 'ਚ ਹਾਮੀ ਭਰੀ। ਕਹਿੰਦੇ ਮੌਲਵੀ ਸਾਹਿਬ ਜੀ ਕਹਿੰਦੇ, ਫਿਰ ਮੈਨੂੰ ਕਹਿਣਾ ਪਿਆ, ਜਾਂਦੀ ਵਾਰ ਡਰਾਉਣਾ ਬਣਿਆ, ਹੱਥ ਨਾ ਲਾਉਂਦੇ ਡਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਏ, ਕਿੱਥੇ ਗਏ ਤੇਰੇ ਘਰ ਦੇ। ਮਹਾਰਾਜ ਬਿਲਕੁਲ ਇਹੀ ਪੰਕਤੀ ਕਹਿ ਰਹੇ ਨੇ, ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ। ਜਿਨ੍ਹਾਂ ਲਈ ਤੂੰ ਪਾਪ ਕਮਾਏ, ਉਹ ਕਿੱਥੇ ਗਏ ਤੇਰੇ ਘਰ ਦੇ। ਜਾਂਦੀ ਵਾਰ ਡਰਾਉਣਾ ਬਣਿਆ, ਹੱਥ ਨਾ ਲਾਉਂਦੇ ਡਰਦੇ। ਪਾਤਸ਼ਾਹ ਜੀ ਕਹਿੰਦੇ, ਬੰਦਾ ਜਦੋਂ ਮਰਦਾ ਹੈ, ਉਹਦੀ ਪਤਨੀ ਜਾਂ ਪਤੀ, ਉਹਦੇ ਬੱਚੇ ਕਹਿੰਦੇ ਨੇ ਲਾਸ਼ ਬਣ ਗਿਆ, ਇਹ ਹੁਣ ਮੁਰਦਾ ਹੋ ਗਿਆ। ਕਹਿੰਦੇ ਉਹ ਪਿਤਾ, ਮੌਲਵੀ ਕਹਿੰਦੇ, ਜਦੋਂ ਤੁਹਾਨੂੰ ਫੋਨ ਲਾਓ, ਕਦੇ ਤੁਸੀਂ ਇੰਗਲੈਂਡ ਮਿਲਦੇ ਹੋ, ਕਦੇ USA ਹੁੰਦੇ ਹੋ, ਤੇ ਤੁਹਾਡੇ ਜਿਹੜੀ ਘੜੀ ਬੰਨੀ ਹੈ ਇੰਨੀ ਮਹਿੰਗੀ, ਪਿਤਾ ਨੇ ਲੈ ਕੇ ਦਿੱਤੀ, ਐਡਾ ਵੱਡਾ ਬਿਜ਼ਨਸ, ਅੱਜ ਉਹ ਮੁਰਦਾ ਹੋ ਗਿਆ। ਆਖਰੀ ਸਮੇਂ 'ਚ ਇੱਕ ਸਕਿੰਟ 'ਚ ਓਪਰਾ ਹੋ ਗਿਆ, ਬੇਗਾਨਾ ਕਰਤਾ। ਉਹ ਜਿਹੜਾ ਤੁਹਾਨੂੰ ਸਹੂਲਤਾਂ ਦਿੰਦਾ ਰਿਹਾ, ਸੁੱਖ ਦਿੰਦਾ ਰਿਹਾ, ਜਿਹਨੇ ਤੁਹਾਡੇ ਨਸੀਬ ਦੇ ਛੇਕ ਆਪਦੀ ਬਨੈਣ 'ਚ ਪਾਏ, ਉਹ ਹੁਣ ਮੁਰਦਾ ਹੋ ਗਿਆ। ਜਾਂਦੀ ਵਾਰ ਡਰਾਉਣਾ ਬਣਿਆ, ਹੱਥ ਨਾ ਲਾਉਂਦੇ ਡਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਏ, ਕਿੱਥੇ ਗਏ ਤੇਰੇ ਘਰ ਦੇ।
ਇਸ ਕਰਕੇ ਇੱਕ ਸਕਿੰਟ ਵਿੱਚ ਬੰਦਾ ਓਪਰਾ ਹੋ ਜਾਂਦਾ, ਬੇਗਾਨਾ ਹੋ ਜਾਂਦਾ। ਹੈਰਾਨੀ ਵਾਲੀਆਂ ਗੱਲਾਂ ਨੇ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਜਿਹੜੇ ਜਮ ਨੇ ਉਹ ਬੰਦੇ ਦੀ ਰੂਹ ਨੂੰ ਕੱਢ ਕੇ ਲੈ ਜਾਂਦੇ ਆ, ਪਰ ਕਿਸੇ ਨੂੰ ਭੇਤ ਨਹੀਂ ਆਉਂਦਾ ਵੀ ਕਿੱਧਰ ਗਈ। ਉਹ ਬੰਦਾ ਜਿਹੜਾ ਸਾਡੇ ਨਾਲ ਗੱਲਾਂ ਕਰਦਾ ਸੀ, ਬੁਲਾਇਆ ਨਹੀਂ ਬੋਲਦਾ, ਕਹਿੰਦੇ ਆ ਸੁਣਦਾ ਨਹੀਂ। ਫਰੀਦ ਸਾਹਿਬ ਜੀ ਕਹਿੰਦੇ ਨੇ ਇੱਕ ਦਿਨ ਸੋਵਨ ਹੋਏ ਗੋ। ਭਗਤ ਕਬੀਰ ਜੀ ਕਹਿੰਦੇ ਨੇ ਇੱਕ ਦਿਨ ਸੋਵਨ ਹੋਏ ਗੋ, ਲਾਂਬੇ ਗੋਂਡ ਪਸਾਰ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ। ਤੂੰ ਸਾਰਾ ਦਿਨ ਸੌਂ ਕੇ ਗੁਜ਼ਾਰ ਦਿੰਨਾ, ਸਾਰੀ ਰਾਤ ਉੱਠ ਕੇ ਗੁਰੂ ਨੂੰ ਯਾਦ ਕਿਉਂ ਨਹੀਂ ਕਰਦਾ? ਇੱਕ ਦਿਨ ਸੌਵੇਂਗਾ ਤੇ ਤੂੰ ਪਾਸਾ ਵੀ ਨਹੀਂ ਲੈ ਹੋਣਾ, ਬੁਲਾਇਆ ਤੂੰ ਬੋਲਣਾ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਘਟਨਾ ਹੈ। ਗੁਰੂ ਨਾਨਕ ਸਾਹਿਬ ਜੀ ਇੱਕ ਘਰ ਦੇ ਅੱਗੋਂ ਦੀ ਲੰਘੇ ਤੇ ਉਹ ਬੰਦਾ ਕਹਿ ਰਿਹਾ ਸੀ ਕਿ ਮੇਰੇ ਬਿਨਾਂ ਘਰ ਦਾ ਗੁਜ਼ਾਰਾ ਨਹੀਂ ਚੱਲਣਾ, ਮੇਰੇ ਬਿਨਾਂ ਘਰ ਵਿੱਚ ਸਰਨਾ ਨਹੀਂ। ਜਦੋਂ ਆਖਿਆ ਸੀ ਤੂੰ ਸਿੱਖਾ ਬੰਦਗੀ ਕਰਿਆ ਕਰ, ਕਹਿੰਦੇ ਇਹ ਭੁੱਖੇ ਮਰਨਗੇ, ਇਹਨਾਂ ਦਾ ਕੁਝ ਬਣਨਾ ਨਹੀਂ, ਇਹ ਕੀ ਕਰਨਗੇ? ਜੇ ਮੈਂ ਬੰਦਗੀ ਕਰਨ ਲੱਗ ਜਾ ਤਾਂ ਫਿਰ ਕੀ ਹੋਵੇਗਾ? ਉਹਦੇ ਨਾਲ ਫਿਰ ਇਹ ਪਰਿਵਾਰ ਦੀ ਪਾਲਣਾ ਕਿਵੇਂ ਹੋਵੇਗੀ? ਅਸਲ 'ਚ ਉਹਨੂੰ ਅਸਲ ਭੇਦ ਨਹੀਂ ਸੀ ਪਤਾ ਕਿ ਹੱਥ ਪੈਰ ਦੇ ਨਾਲ ਕੰਮ ਕਰਨਾ, ਜ਼ੁਬਾਨ ਦੇ ਨਾਲ ਵਾਹਿਗੁਰੂ ਦਾ ਨਾਮ ਜਪੀਦਾ, ਪਤਾ ਨਹੀਂ ਸੀ। ਗੁਰੂ ਨਾਨਕ ਜੀ ਨੇ ਉਹਨੂੰ ਸਮਝਾਉਣ ਲਈ ਆਖਿਆ, ਇਹ ਤੇਰਾ ਵਹਿਮ ਅਸੀਂ ਦੂਰ ਕਰ ਸਕਦੇ ਹਾਂ ਜੇ ਤੈਨੂੰ ਲੱਗਦਾ ਵੀ ਤੇਰੇ ਬਾਅਦ ਤੈਨੂੰ ਚਾਹੁਣ ਵਾਲੇ ਕਹਿਣਗੇ ਕਿ ਇਹਦੇ ਬਿਨਾਂ ਸਾਡਾ ਸਰਦਾ ਨਹੀਂ। ਤੂੰ ਇਉਂ ਕਰੀ, ਮਰਨ ਦਾ ਨਾਟਕ ਕਰੀ, ਅਸੀਂ ਆਵਾਂਗੇ, ਅਸੀਂ ਕੋਈ ਵਿਧੀ ਬਣਾਵਾਂਗੇ, ਤੈਨੂੰ ਪਤਾ ਲੱਗੇਗਾ ਕਿ ਅਸਲ ਸੱਚ ਕੀ ਆ। ਉਹਨੇ ਐਵੇਂ ਕੀਤਾ, ਕੁਝ ਦਿਨਾਂ ਦਾ ਅਭਿਆਸ ਕੀਤਾ, ਸਾਹ ਰੋਕਣ ਦੀ ਪ੍ਰਕਿਰਿਆ ਉਹਨੇ ਸਿੱਖੀ। ਪਹਿਲਾਂ ਇੱਕ ਦਿਨ ਸਾਹ ਰੋਕ ਕੇ ਪੈ ਗਿਆ, ਘਰ ਦੇ ਵਿੱਚ ਬੜਾ ਬਿਰਲਾਪ ਹੋਇਆ, ਰੋਣਾ ਹੋਇਆ। ਤੁਸੀਂ ਰੋਵੋ ਰੋਵਣ ਆਈਓ, ਝੂਠ ਮੁੱਠੀ ਸੰਸਾਰੇ, ਸਾਰਾ ਪਰਿਵਾਰ ਰੋ ਰਿਹਾ, ਧੀਆਂ ਪੁੱਤਰ ਪਤਨੀ ਰਿਸ਼ਤੇਦਾਰ ਸਾਕ ਸੰਬੰਧੀ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਲੈ ਕੇ ਆਏ, ਜਿਵੇਂ ਵਿਧੀ ਬਣੀ ਸੀ ਸਾਰੀ ਉਸ ਪ੍ਰਕਾਰ। ਕਹਿਣ ਲੱਗੇ ਕੀ ਹੋ ਗਿਆ, ਰੋਂਦੇ ਕਿਉਂ ਹੋ? ਕਹਿੰਦੇ ਸਾਡੇ ਘਰ ਦਾ ਜੀ ਟੁਰ ਗਿਆ ਤਾਂ ਰੋ ਰਹੇ ਹਾਂ। ਸਾਰੀ ਪਹਿਲਾਂ ਪਲੈਨਿੰਗ ਹੋਈ ਸੀ, ਯੋਜਨਾ ਬਣਾਈ ਸੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਰੋਵੋ ਨਾ। ਜੇ ਇਹ ਜ਼ਿਆਦਾ ਲੋੜੀਂਦਾ ਹੈ, ਪਰਿਵਾਰ ਦਾ ਮੈਂਬਰ ਮੁਖੀ ਆ, ਇਹਨੂੰ ਅਸੀਂ ਜਿੰਦਾ ਕਰ ਦਾਂਗੇ, ਪਰ ਇਹਦੀ ਖਾਤਰ ਕਿਸੇ ਨੂੰ ਮਰਨਾ ਪਵੇਗਾ। ਇੱਕ ਜਾਣਾ ਹਾਮੀ ਭਰੋ, ਹੁਣ ਇਹ ਜਿਉਂਦਾ ਕਰ ਦੇਵਾਂਗੇ, ਐਸੀ ਕਲਾ ਹੈ, ਪਰ ਉਹਦੀ ਖਾਤਰ ਕਿਸੇ ਨੂੰ ਮਰਨਾ ਪਵੇਗਾ। ਤਾਂ ਕਿਹੜਾ ਹੈ ਜਿਹੜਾ ਅੱਗੇ ਆਵੇਗਾ? ਪਤਨੀ ਨੇ ਆਖਿਆ ਨਹੀਂ, ਮੈਨੂੰ ਘਰ ਦੇ ਕੰਮ ਹੁੰਦੇ ਨੇ ਰਸੋਈ ਦੇ, ਤੇ ਮੈਂ ਨਹੀਂ ਜਾ ਸਕਦੀ ਇਹਦੀ ਖਾਤਰ। ਬੱਚਿਆਂ ਨੇ ਆਖਿਆ ਸੀ ਪੜ੍ਹਾਈ ਕਰਨੀ, ਅੱਗੇ ਭਵਿੱਖ ਬਣਾਉਣਾ, ਤਾਂ ਕਹਿਣਾ ਪਿਆ। ਸਾਰੇ ਪਰਿਵਾਰਾਂ ਨੇ ਆਪਣੇ ਆਪਣੇ ਕੰਮ ਗਿਣਾ ਦਿੱਤੇ। ਕਹਿੰਦੇ ਇਹੀ ਠੀਕ ਆ, ਪਿਤਾ ਦੀ ਮੌਤ ਹੀ ਠੀਕ ਆ, ਪਤੀ ਦੀ ਮੌਤ ਹੀ ਠੀਕ ਆ, ਇਹਦੀ ਖਾਤਰ ਅਸੀਂ ਨਹੀਂ ਜਾਣਾ, ਇਹ ਠੀਕ ਆ। ਤਾਂ ਉਹਨੇ ਸਾਹ ਰੋਕੇ ਹੋਏ ਸੀ ਤੇ ਉਹ ਸਾਰੀ ਪ੍ਰਕਿਰਿਆ ਛੱਡ ਕੇ ਉੱਠ ਕੇ ਖੜਾ ਹੋ ਗਿਆ ਤੇ ਸਾਰਾ ਸੱਚ ਚਾਨਣ ਦਿਖਾ ਦਿੱਤਾ ਗੁਰੂ ਮਹਾਰਾਜ ਨੇ ਕਿ ਇਹ ਇਨਸਾਨ, ਕਿ ਤੇਰਾ ਅਸਲ ਦੇ ਵਿੱਚ ਇੱਥੇ ਕੋਈ ਨਹੀਂ, ਤੂੰ ਆਪਦੇ ਮੋਢਿਆਂ ਤੇ ਹੀ ਤੇ ਆਪਣੇ ਰੋਣੇ ਆ ਜਿਹੜੇ ਰੋ ਸਕਦਾ, ਤੈਨੂੰ ਕੋਈ ਸਹਾਰਾ ਦੇਣ ਲਈ ਇੱਥੇ ਨਹੀਂ। ਸਾਰੇ ਆਪਣੇ ਸੁੱਖਾਂ ਦੇ ਵਾਸਤੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਇਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਦਿਖਾਇਆ ਕਿ ਤੂੰ ਕਹਿੰਦਾ ਸੀ ਮੈਂ ਚਲਿਆ ਗਿਆ, ਪਰਿਵਾਰ ਕਿਵੇਂ ਚੱਲੂ? ਇੱਥੇ ਸਭ ਸਰ ਜਾਂਦਾ ਹੈ। ਜਿਤ ਦਿਨ ਦੇਹ ਬਿਨ ਸਸੀ, ਤਿਤ ਵੇਲੇ ਕਹਿਸਨ ਪ੍ਰੇਤ। ਲਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਰੂਹ ਬੰਦੇ ਚੋਂ ਨਿਕਲਦੀ ਆ, ਭੇਤ ਨਹੀਂ ਮਿਲਦਾ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ। ਆਪਣੇ ਸਾਹਮਣੇ ਹੀ ਸਾਡੇ ਸੰਬੰਧੀ, ਉਹਨਾਂ ਦੀ ਜਾਨ ਜਾਂਦੀ ਆ, ਸਾਡੇ ਸਾਹਮਣੇ ਹੀ ਪ੍ਰਾਣ ਨਿਕਲਦੇ ਆ, ਸਾਡੇ ਸੱਜਣਾ ਪਿਆਰਿਆਂ ਦੇ, ਪਰਿਵਾਰ ਦੇ ਮੈਂਬਰਾਂ ਦੇ, ਪਰ ਨਹੀਂ, ਪਤਾ ਹੀ ਨਹੀਂ ਲੱਗਦਾ।
ਕਿੱਥੋਂ ਆਈ ਰੂਹ ਤੇ ਕਿੱਥੇ ਗਈ, ਮਾਂ ਪਿਓ ਤੋਂ ਸਰੀਰ ਆਇਆ। ਰਹਿਣ ਵਾਲੀ ਅੰਸ਼ ਪ੍ਰਭ ਤੋਂ ਆਈ, ਪਰਮਾਤਮਾ ਤੋਂ ਆਈ, ਤੇ ਗਈ ਕਿੱਧਰ ਬਾਅਦ ਚੋਂ। ਸਮੁੰਦਰ 'ਚ ਲਹਿਰ ਬਣੀ, ਸਾਹਮਣੇ ਅੱਖਾਂ 'ਚ ਮਿਟੀ ਤੇ ਫਿਰ ਬਣ ਗਈ। ਸਾਰਾ ਕੁਝ ਉਸੇ ਤੋਂ ਹੀ, ਜਲ ਤੇ ਉੱਠੇ ਅਨਕ ਤਰੰਗਾ। ਸਮੁੰਦਰ ਤੋਂ ਜਿਵੇਂ ਲਹਿਰਾਂ ਉੱਠਦੀਆਂ ਨੇ, ਮਿਟਦੀਆਂ ਨੇ, ਬਣਦੀਆਂ ਨੇ, ਮਿਟਦੀਆਂ ਨੇ, ਸਮੁੰਦਰ ਨਹੀਂ ਮਿਟਦਾ। ਰੱਬ ਦੇ ਵਿੱਚ ਹੀ ਸਭ ਕੁਝ ਹੋ ਰਿਹਾ। ਉਹ ਪਰਿਪੂਰਨ ਪਰਮਾਤਮਾ ਸਦਾ ਵਾਸਤੇ, ਆਪਾਂ ਕੁਝ ਸਮੇਂ ਲਈ ਹਾਂ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ, ਸਿਆਹੋ ਹੋਆ ਸੇਤ। ਇੱਕ ਸਕਿੰਟ ਦੇ ਵਿੱਚ ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਸਾਰੀਆਂ ਚੀਜ਼ਾਂ ਬੇਗਾਨੀਆਂ ਹੋ ਜਾਂਦੀਆਂ, ਓਪਰੀਆਂ ਹੋ ਜਾਂਦੀਆਂ। ਜਦ ਕਿ ਬੰਦਾ ਨਹੀਂ ਉਹਨਾਂ ਨੂੰ ਛੱਡਣਾ ਚਾਹੁੰਦਾ, ਮੌਤ ਛਡਾ ਲੈਂਦੀ ਆ। ਮਨੋਵਿਗਿਆਨੀ ਕਹਿੰਦੇ ਬੰਦਾ ਮੌਤ ਤੋਂ ਨਹੀਂ ਡਰਦਾ, ਮਰਨ ਤੋਂ ਨਹੀਂ ਡਰਦਾ। ਜਿਹੜਾ ਕੁਝ ਉਹਨੇ ਜੋੜਿਆ ਹੁੰਦਾ, ਛਾਤੀ ਨਾਲ ਲਾਇਆ ਹੁੰਦਾ, ਉਹਨੂੰ ਛੱਡਣ ਤੋਂ ਡਰਦਾ। ਜਿਹੜੀਆਂ ਚੀਜ਼ਾਂ ਹੱਥ ਵਿੱਚ ਘੁੱਟ ਕੇ ਫੜੀਆਂ ਨੇ, ਉਹ ਵੀ ਛੱਡਣੀਆਂ ਪੈਂਦੀਆਂ ਨੇ, ਕਿਉਂਕਿ ਹੱਥ ਵੀ ਨਹੀਂ ਰਹਿੰਦੇ ਇੱਕ ਦਿਨ ਬੰਦੇ ਦੇ। ਜਿਹੜੀਆਂ ਚੀਜ਼ਾਂ ਛਾਤੀ ਨਾਲ ਘੁੱਟ ਕੇ ਲਾਈਆਂ ਨੇ, ਉਹ ਵੀ ਰਹਿਣਗੀਆਂ ਨਹੀਂ, ਕਿਉਂਕਿ ਛਾਤੀ ਨਹੀਂ ਰਹਿਣੀ। ਇਸ ਕਰਕੇ ਗੁਰਸਿੱਖ ਪਿਆਰਿਓ, ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਉਹ ਚੀਜ਼ਾਂ ਬੇਗਾਨੀਆਂ ਹੋ ਜਾਂਦੀਆਂ ਜਿਹੜੀਆਂ ਅਸੀਂ ਚੁਣੀਆਂ ਹੁੰਦੀਆਂ ਨੇ। ਕਈ ਚੀਜ਼ਾਂ ਸਾਨੂੰ ਜੱਦੀ ਮਿਲਦੀਆਂ ਨੇ, ਕਈ ਚੀਜ਼ਾਂ ਅਸੀਂ ਆਪ ਬਣਾਉਂਦੇ ਹਾਂ। ਕਿਰਤ ਕਰ ਕਰਕੇ ਉਹਨਾਂ ਨਾਲ ਮੋਹ ਬਣ ਜਾਂਦਾ, ਮੋਹ ਪੈਦਾ ਹੋ ਜਾਂਦਾ। ਇਤਨਾ ਫਿਰ ਉਹਨਾਂ ਨੂੰ ਛੱਡਣਾ ਔਖਾ ਹੋ ਜਾਂਦਾ। ਮੌਤ ਤੋਂ ਨਹੀਂ ਬੰਦਾ ਡਰਦਾ, ਇਹਨਾਂ ਚੀਜ਼ਾਂ ਨੂੰ ਛੱਡਣ ਤੋਂ ਡਰਦਾ। ਮਹਾਤਮਾ ਬੁੱਧ ਦੀ ਇੱਕ ਸੁੰਦਰ ਗਾਥਾ ਆਉਂਦੀ ਆ। ਜਦੋਂ ਉਹ ਸਿਧਾਰਥ ਤੋਂ ਬੁੱਧ ਬਣੇ ਨਾ, ਇੱਕ ਦਿਨ ਅੱਖਾਂ ਮੀਟ ਕੇ ਬੰਦਗੀ ਕਰ ਰਹੇ ਸੀ, ਤੇ ਇੱਕ ਸੰਗੀਤਕਾਰ ਉਸਤਾਦ ਆਪਣੇ ਇੱਕ ਚੇਲੇ ਨੂੰ ਸਮਝਾ ਰਿਹਾ ਸੀ। ਉਹਨਾਂ ਦੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪੈਂਦੀ ਆ। ਹਜੇ ਅੱਖਾਂ ਮੀਟ ਕੇ ਬੈਠੇ ਹੀ ਨੇ, ਸ਼ੁਰੂਆਤ ਕੀਤੀ ਆ, ਤੇ ਉਹਨਾਂ ਦੀ ਮੱਧਮ ਆਵਾਜ਼ ਇਹਨਾਂ ਦੇ ਕੰਨਾਂ 'ਚ ਪਈ ਆ। ਉਹ ਕਹਿ ਰਿਹਾ ਸੀ, ਜੇ ਤੂੰ ਇੱਕ ਤਾਰਾ ਵਜਾਉਣਾ ਸਿੱਖਣਾ ਚਾਹੁੰਦਾ, ਇੱਕ ਤਾਰਾ ਸਾਜ਼ ਆ, ਤਾਂ ਇਹਦੀ ਤਾਰ ਜਿਹੜੀ ਆ ਨਾ ਤਾਂ ਬਾਹਲੀ ਕਸੀ ਹੋਣੀ ਚਾਹੀਦੀ ਆ, ਤੇ ਨਾ ਬਹੁਤੀ ਢਿੱਲੀ ਹੋਣੀ ਚਾਹੀਦੀ। ਉਹ ਆਪਦੇ ਚੇਲੇ ਨੂੰ ਸਮਝਾ ਰਿਹਾ ਸੀ ਕਿ ਜੇ ਤੂੰ ਇੱਕ ਤਾਰਾ ਸਿੱਖਣਾ ਨਾ, ਇਹ ਜਿਹੜੇ ਸੰਗੀਤ ਦੀ ਕਲਾ ਜਾਣਦੇ ਹੋ, ਇਹਨਾਂ ਚੀਜ਼ਾਂ ਨੂੰ ਸਮਝਦੇ ਆ। ਜੇ ਇੱਕ ਤਾਰੇ ਨੂੰ ਆਪਾਂ ਬਹੁਤਾ ਕੱਸ ਦਈਏ ਨਾ, ਉਹਦੀ ਤਾਰ ਨੂੰ, ਤੇ ਉਹ 'ਚ ਧੁਨ ਨਹੀਂ ਪੈਦਾ ਹੁੰਦੀ। ਜੇ ਢਿੱਲੀ ਕਰ ਦਈਏ ਤਾਰ, ਤੇ ਤਾਂ ਵੀ ਨਹੀਂ ਸੰਗੀਤ ਪੈਦਾ ਹੁੰਦਾ। ਉਹ ਵਿਚਕਾਰ ਰੱਖਣੀ ਪੈਂਦੀ ਆ, ਨਾ ਬਹੁਤੀ ਕਸੀ ਹੋਈ ਤੇ ਨਾ ਬਹੁਤੀ ਢਿੱਲੀ ਤਾਰ। ਫਿਰ ਜਾ ਕੇ ਸੰਗੀਤ ਦੀਆਂ ਧੁਨਾਂ ਪੈਦਾ ਹੁੰਦੀਆਂ ਨੇ, ਫਿਰ ਕਿਤੇ ਜਾ ਕੇ ਉਹ 'ਚੋਂ ਸੰਗੀਤ ਨਿਕਲਦਾ। ਬੁੱਧ ਜੀ ਨੇ ਇਹ ਗੱਲ ਸੁਣੀ ਤੇ ਉਹ ਕਹਿੰਦੇ, ਮੈਨੂੰ ਜ਼ਿੰਦਗੀ ਦਾ ਰਾਜ ਪਤਾ ਲੱਗ ਗਿਆ, ਮੈਨੂੰ ਜ਼ਿੰਦਗੀ ਦਾ ਰਹੱਸ ਪਤਾ ਲੱਗ ਗਿਆ, ਰਮਜ ਪਤਾ ਲੱਗ ਗਈ। ਉਹ ਸਿੱਖਿਆ ਮਿਲੀ ਕਿ ਜੀਵਨ ਦੇ ਵਿੱਚ ਕਈ ਲੋਕ ਨੇ ਜਿਹੜੇ ਚੀਜ਼ਾਂ ਨੂੰ ਇਤਨਾ ਘੁੱਟ ਕੇ ਫੜ ਲੈਂਦੇ ਨੇ, ਛੱਡਿਆ ਹੀ ਨਹੀਂ ਜਾਂਦਾ। ਉੱਚੇ ਮੰਦਰ ਜਿਹੜੇ ਨੇ, ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਕਈ ਘਰਾਂ ਨੂੰ ਇੰਨਾ ਫੜ ਲੈਂਦੇ ਨੇ ਘੁੱਟ ਕੇ ਕਿ ਮੌਤ ਜਦੋਂ ਆਉਂਦੀ ਹੈ ਤੇ ਘਰ ਛੱਡਣਾ ਔਖਾ ਹੋ ਜਾਂਦਾ। ਕਈ ਪਰਿਵਾਰ ਨੂੰ ਇੰਨਾ ਫੜ ਲੈਂਦੇ ਨੇ, ਛੱਡਣਾ ਔਖਾ ਹੋ ਜਾਂਦਾ। ਕਈ ਦੌਲਤ ਨੂੰ ਫੜ ਲੈਂਦੇ ਆ। ਕੋਈ ਵੀ ਚੀਜ਼ ਆ, ਤੁਸੀਂ ਜਿਹੜੀ ਮਰਜ਼ੀ ਚੁਣ ਲਈ, ਬਸ ਉਹਨੇ ਤੁਹਾਨੂੰ ਅਸਲੀ ਰਾਹ ਤੋਂ ਭਟਕਾ ਦੇਣਾ। ਅਸੀਂ ਆਪ ਹੀ ਚੁਣਦੇ ਹਾਂ, ਅਸੀਂ ਆਪ ਹੀ ਜਾਲ ਬੁਣਦੇ ਹਾਂ, ਅਸੀਂ ਆਪ ਹੀ ਡੁੱਬਦੇ ਹਾਂ, ਆਪ ਹੀ ਇਹਨਾਂ ਚੀਜ਼ਾਂ ਦੇ ਵਿੱਚ ਮਗਨ ਹੋ ਕੇ ਫਸਦੇ ਹਾਂ, ਤੇ ਫਿਰ ਦੋਸ਼ ਕਿਸੇ ਨੂੰ ਦਿੰਦੇ ਹਾਂ। ਹੱਥ ਮਰੋੜੈ ਤਨ ਕਪੇ, ਸਿਆਹੋ ਹੋਆ ਸੇਤ। ਜਦੋਂ ਮੌਤ ਆਉਂਦੀ ਆ, ਬੰਦੇ ਦੇ ਹੱਥਾਂ ਤੇ ਕੰਬਣੀ ਜੀ ਛੱਡਦੀ ਆ। ਗੁਰੂ ਸਾਹਿਬ ਜੀ ਦੱਸ ਰਹੇ ਨੇ, ਕਿਉਂਕਿ ਉਹਨਾਂ ਮੌਤ ਬਣਾਈ ਆ। ਉਹ ਜਾਣਦੇ ਨੇ ਵੀ ਮੌਤ ਆਉਂਦੀ ਹੈ ਤੇ ਕੀ ਹੁੰਦਾ। ਕਹਿੰਦੇ ਆਖਰੀ ਪ੍ਰਾਣ ਬੰਦੇ ਦੇ ਨਾਭੀ ਚੋਂ ਨਿਕਲਦੇ ਆ। ਆਜ ਕਾਲ ਖੁੱਲੇ ਤੇਰੀ ਗਾਂਠੜੀ, ਧੁੰਨੀ ਜਿਹਨੂੰ ਆਪਾਂ ਕਹਿੰਦੇ ਆ ਨਾਭੀ, ਇਹ 'ਚ ਆਖਰੀ ਸਵਾਸ ਇਹਦੇ ਚੋਂ ਖੁੱਲ੍ਹਦੇ ਨੇ। ਸਵਾਸਾਂ ਦੀ ਗੰਢ ਜਿਹੜੀ ਖੁੱਲ੍ਹਦੀ ਆ। ਫਿਰ ਜਦੋਂ ਸਵਾਸ ਨਿਕਲਦੇ ਨੇ, ਹੱਥ ਮਰੋੜੈ, ਹੱਥਾਂ ਤੇ ਕੰਬਣੀ ਛੱਡ ਜਾਂਦੀ ਆ। ਤਨ ਕਪੇ,
ਤਨ ਕੰਬਣ ਲੱਗ ਜਾਂਦਾ। ਸਿਆਹ ਹੋਆ ਸੇਤ, ਰੰਗ ਬੰਦੇ ਦਾ ਕਾਲਾ ਹੋ ਜਾਂਦਾ, ਸਰੀਰ ਕਾਲਾ ਹੋ ਜਾਂਦਾ, ਕਿਉਂਕਿ ਲਹੂ ਜਿਹੜਾ ਤੇ ਉਹ ਚਿੱਟਾ ਹੋ ਜਾਂਦਾ, ਸਫੇਦ ਹੋ ਜਾਂਦਾ, ਤਨ 'ਚੋਂ ਨੂਰ ਨਹੀਂ ਰਹਿੰਦਾ। ਤੇ ਇਸ ਕਰਕੇ ਉਦੋਂ ਬਹੁਤ ਜ਼ਿਆਦਾ ਕੰਬਣੀ ਛੱਡਦੀ ਆ। ਇਹ ਵਾਲਾ ਮਾਹੌਲ ਬੜਾ ਡਰਾਉਣਾ ਹੁੰਦਾ। ਇਨਸਾਨ ਉਹੀ ਬੰਦਾ ਜਿਹੜਾ ਸਾਡੇ ਨਾਲ ਗੱਲਾਂ ਕਰਦਾ, ਉਹਦਾ ਨੂਰ ਸਾਰਾ ਗਵਾਚ ਜਾਂਦਾ। ਇਹ ਚੀਜ਼ਾਂ ਛੱਡਣੀਆਂ ਪੈਂਦੀਆਂ ਨੇ। ਮੌਤ ਛਡਾਉਂਦੀ ਆ, ਆਪ ਨਾ ਛੱਡਾਂਗੇ ਮੌਤ ਛਡਾ ਲੇਗੀ। ਤਾਂ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ, ਇਦੋਂ ਪਹਿਲਾਂ ਮੌਤ ਆ ਕੇ ਛਡਾਵੇ, ਤੂੰ ਪਹਿਲਾਂ ਹੀ ਛੱਡ ਦੇ। ਜੀਵਨ ਵਿੱਚ ਬਹੁਤੀ ਤਾਰ ਨਾ ਕਸੀ ਹੋਵੇ ਤੇਰੀ, ਨਾ ਬਹੁਤੀ ਢਿੱਲੀ ਹੋਵੇ। ਕਈ ਵਾਰੀ ਅਸੀਂ ਇੰਨਾ ਪਿਆਰ ਕਰਦੇ ਹਾਂ ਚੀਜ਼ਾਂ ਨੂੰ, ਇੰਨਾ ਕਰਦੇ ਹਾਂ, ਉਹਨਾਂ ਨੂੰ ਛੱਡਣਾ ਹੀ ਔਖਾ ਹੋ ਜਾਂਦਾ। ਚੀਜ਼ਾਂ ਉਹ ਚੁਣ ਲੈਂਦੇ ਆ ਜਿਹੜੀਆਂ ਸਾਨੂੰ ਜ਼ਿੰਦਗੀ ਦੇ ਵਿੱਚ ਫਿਰ ਬੋਝ ਲੱਗਣ ਲੱਗ ਜਾਂਦੀਆਂ ਨੇ, ਕਿਉਂਕਿ ਅਸੀਂ ਆਪ ਹੀ ਚੁਣੀਆਂ ਹੁੰਦੀਆਂ ਨੇ। ਇੱਕ ਰਾਜਾ ਸੀ, ਉਹਨੇ ਇੱਕ ਵਾਰ ਇੱਕ ਐਲਾਨ ਕੀਤਾ, ਐਵੇਂ ਵੱਧ ਸਮਝ ਆਵੇਗੀ ਕਿਵੇਂ ਅਸੀਂ ਚੁਣਨਾ ਕੀ ਆ ਤੇ ਚੁਣ ਕੀ ਬਹਿਨੇ ਆ। ਉਹਨੇ ਇੱਕ ਢੰਡੋਰਾ ਪਟਵਾਇਆ। ਸਾਲ ਦੇ ਵਿੱਚ 365 ਦਿਨ ਹੁੰਦੇ ਨੇ। ਕਹਿੰਦੇ ਇੱਕ ਦਿਨ ਇਹੋ ਜਿਹਾ ਮੈਂ ਰੱਖਾਂਗਾ, ਜਿਹੜਾ ਬੰਦਾ ਮੇਰੇ ਮਹਿਲ ਵਿੱਚ ਆ ਕੇ ਜਿਹੜੀ ਚੀਜ਼ ਨੂੰ ਹੱਥ ਲਾਊਗਾ, ਛੂਹ ਲੂਗਾ, ਉਹਦੀ ਹੋ ਜੂਗੀ। ਤਾਂ ਉਹ ਦਿਨ ਨਿਯਤ ਕੀਤਾ ਹੋਇਆ ਆ ਗਿਆ। ਸਵੇਰ ਦੀਆਂ ਕਿਰਨਾਂ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਲੋਕ ਉੱਠ ਕੇ ਖੜੇ ਹੋ ਗਏ। ਭਾਵੇਂ ਉੱਦਾਂ ਨਹੀਂ ਉੱਠਦੇ ਸੀ, ਅੱਜ ਉੱਠ ਕੇ ਖੜੇ ਹੋ ਗਏ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਉਹ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਸੀ। ਅੱਜ ਰਾਜੇ ਨੇ ਕਿਹਾ ਕਿ ਜਿਹੜੀ ਚੀਜ਼ ਨੂੰ ਹੱਥ ਲਾਉਂ ਤੁਹਾਡੀ ਆ, ਜਿਹੜੀ ਚੀਜ਼ ਨੂੰ ਹੱਥ ਲਾਉਂਗੇ ਮੇਰੇ ਮਹਿਲਾਂ 'ਚ। ਲੋਕ ਦੌੜੇ। ਕਿਸੇ ਨੂੰ ਘੋੜੇ ਪਸੰਦ ਸੀ, ਉਹਨਾਂ ਘੋੜੇ ਨੂੰ ਜਾ ਕੇ ਹੱਥ ਲਾਇਆ। ਰਾਜੇ ਕੋਲ ਘੋੜੇ ਬਹੁਤ ਜ਼ਿਆਦਾ, ਤਬੇਲਾ ਬਹੁਤ ਵੱਡਾ। ਕਿਸੇ ਨੂੰ ਹਾਥੀ ਪਸੰਦ ਸੀ, ਉਹਨਾਂ ਹਾਥੀਆਂ ਨੂੰ ਸਪਰਸ਼ ਕੀਤਾ, ਛੂਹਿਆ। ਕਿਸੇ ਨੂੰ ਸੋਨਾ ਪਸੰਦ ਸੀ, ਸੋਨੇ ਨੂੰ ਹੱਥ ਲਾਏ। ਕਿਸੇ ਨੂੰ ਬਾਗ ਪਸੰਦ ਸੀ, ਸਾਰੇ ਦਰਖਤਾਂ ਨੂੰ ਲਾਏ। ਜਿੰਨੀ ਕੁ ਕਿਸੇ ਦੀ ਮੱਤ ਬੁੱਧ ਸੀ, ਉਵੇਂ ਉਵੇਂ ਕੀਤਾ। ਰਾਜਾ ਸਿੰਘਾਸਨ ਤੇ ਬੈਠਾ ਦੇਖੀ ਗਿਆ ਇਹ ਕਰਦੇ ਕੀ ਨੇ। ਇੱਕ ਛੋਟੀ ਬੱਚੀ ਆਈ, ਬਿਲਕੁਲ ਨੰਨੀ ਜੀ, ਤੇ ਜਿਹਨੂੰ ਹਜੇ ਬੋਲਣਾ ਸਿੱਖਿਆ ਹੀ ਸੀ, ਠੀਕ ਤਰ੍ਹਾਂ ਬੋਲ ਵੀ ਨਹੀਂ ਸੀ ਪਾਉਂਦੀ। ਆਈ, ਰਾਜੇ ਨੂੰ ਲੱਗਾ ਕੁਝ ਪੁੱਛੇਗੀ ਮੈਥੋਂ, ਖਿਡੌਣਿਆਂ ਦੀ ਦੁਕਾਨ ਪੁੱਛੇਗੀ, ਕਿੱਧਰ ਆ, ਕੁਝ ਪੁੱਛੇਗੀ ਮਠਿਆਈ ਵਗੈਰਾ। ਪਰ ਨਹੀਂ, ਉਹਨੇ ਕੀ ਕੀਤਾ, ਰਾਜੇ ਨੂੰ ਹੀ ਹੱਥ ਲਾਤਾ, ਰਾਜੇ ਨੂੰ ਸਪਰਸ਼ ਕੀਤਾ। ਰਾਜਾ ਹੱਸ ਪਿਆ, ਕਹਿੰਦਾ ਲੋਕ ਕਿੰਨੇ ਮੂਰਖ ਨੇ, ਸਾਰੀਆਂ ਚੀਜ਼ਾਂ ਨੂੰ ਹੱਥ ਲਾਇਆ, ਇਹਨੇ ਆ ਕੇ ਮੈਨੂੰ ਹੀ ਛੂਹ ਲਿਆ। ਜਿਹਨੇ ਰਾਜੇ ਨੂੰ ਹੱਥ ਲਾਤਾ, ਰਾਜੇ ਨੂੰ ਚੁਣਿਆ, ਤਾਂ ਫਿਰ ਸਾਰੀਆਂ ਚੀਜ਼ਾਂ ਰਾਜੇ ਦੀਆਂ ਨੇ, ਤਾਂ ਉਹਨੂੰ ਆਪੇ ਹੀ ਮਿਲ ਗਈਆਂ। ਲੋਕ ਹਾਥੀਆਂ ਨੂੰ, ਘੋੜਿਆਂ ਨੂੰ, ਸੋਨੇ ਨੂੰ, ਚਾਂਦੀ ਨੂੰ ਹੱਥ ਲਾਉਂਦੇ ਰਹਿ ਗਏ। ਉਹ ਨੰਨੀ ਜੀ ਬੱਚੀ ਨੇ ਰਾਜੇ ਨੂੰ ਹੀ ਹੱਥ ਲਾਇਆ, ਰਾਜੇ ਨੂੰ ਚੁਣ ਲਿਆ। ਕਹਿਣ ਦਾ ਭਾਵ ਚੁਣਨਾ ਕੀ ਆ, ਇਹ ਬੰਦੇ ਨੂੰ ਪਤਾ ਨਹੀਂ ਲੱਗਦਾ। ਇਹ ਤਾਂ ਇੱਕ ਕਹਾਣੀ ਆ। ਹੋ ਸਕਦਾ ਇਵੇਂ ਕੋਈ ਹੋਈ ਨਾ ਹੋਵੇ ਘਟਨਾ। ਨਾ ਰਾਜਾ, ਨਾ ਉਹ ਬੱਚੀ, ਨਾ ਉਹ ਘੋੜੇ, ਨਾ ਹਾਥੀ, ਨਾ ਉਹ ਬਾਗ, ਨਾ ਇੱਦਾਂ ਦੀ ਕਹਾਣੀ। ਪਰ ਜਿਹੜੀ ਇਹਦੇ ਵਿੱਚ ਗੱਲ ਆ, ਉਹ ਜੀਵਨ ਦੀ ਸੱਚਾਈ ਪੇਸ਼ ਕਰਦੀ ਆ। ਅਸੀਂ ਕੀ ਕਰਦੇ ਹਾਂ? ਕਬੀਰ ਸਾਹਿਬ ਦੀ ਇੱਕ ਬੜੀ ਸੋਹਣੀ ਪੰਗਤੀ ਆ। ਕਹਿੰਦੇ ਖਸਮ ਮਰੈ ਤੋਂ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੇ। ਰਖਵਾਰੇ ਕਾ ਹੋਏ ਵਿਨਾਸ਼, ਆਗੇ ਨਰਕੀਆਂ ਭੋਗ ਬਿਲਾਸ। ਬੰਦਾ ਨਰਕ ਆਪਣਾ ਆਪ ਹੀ ਚੁਣਦਾ, ਨਰਕ ਆਪਣਾ ਆਪ ਚੁਣਦਾ। ਹਮੇਸ਼ਾ ਹੀ ਇੱਦਾਂ ਹੁੰਦਾ, ਚੁਣਦਾ ਹੈ, ਫਿਰ ਉਹਦੇ ਵਿੱਚ ਡੁੱਬਦਾ ਹੈ, ਫਿਰ ਚੀਕਾਂ ਮਾਰਦਾ ਹੈ, ਦੋਸ਼ ਦੂਜਿਆਂ ਨੂੰ ਦਿੰਦਾ। ਅੱਗੇ ਜਿਹੜੀ ਪੰਗਤੀ ਆ ਰਹੀ ਆ ਉਹ ਹੈ ਜੇਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਤੁਸੀਂ ਆਪ ਹੀ ਬੀਜਦੇ ਹੋ, ਆਪ ਹੀ ਵੱਢਦੇ ਹੋ, ਆਪ ਹੀ ਰੋਨੇ ਹੋ। ਇਹਦੇ ਵਿੱਚ ਕਿਸੇ ਨੂੰ ਦੋਸ਼ ਨਾ ਦਿਓ। ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇੱਕ ਸਾਧੂ ਸੀ ਤੇ ਸਾਧੂ ਬਣਨ ਦਾ ਖਿਆਲ ਵੀ ਪੈਦਾ ਹੋਇਆ। ਕੱਪੜੇ ਤਾਂ ਉਹਨੇ ਪਾਲੇ ਤੇ ਪਹਾੜੀ ਤੇ ਚਲਾ ਗਿਆ। ਉਹਨੂੰ ਲੱਗਾ ਵੀ ਘਰ-ਬਾਰ ਛੱਡ ਕੇ ਬੰਦਗੀ ਹੋਊਗੀ, ਪਰਿਵਾਰ ਛੱਡ ਦਿੱਤਾ, ਮਾਂ ਪਿਓ ਨੂੰ ਛੱਡ ਦਿੱਤਾ ਤੇ ਪਹਾੜੀ ਤੇ ਚਲਿਆ ਗਿਆ ਬੰਦਗੀ ਕਰਨ ਵਾਸਤੇ, ਇਬਾਦਤ ਕਰਨ ਵਾਸਤੇ ਗਿਆ। ਤੇ ਠੰਡ ਲੱਗੀ
ਤੇ ਸੋਚਿਆ ਪਿੰਡ ਵਿੱਚੋਂ ਜਾ ਕੇ ਕਿਸੇ ਘਰੋਂ ਕੰਬਲ ਲੈ ਆਵਾਂ। ਇਹ ਬਿਲਕੁਲ ਬੰਦੇ ਦੀਆਂ ਕਹਾਣੀਆਂ ਨੇ, ਤੁਹਾਨੂੰ ਲੱਗੇਗਾ ਕਿਸੇ ਸਾਧੂ ਦੀ ਕਹਾਣੀਆਂ। ਇਹ ਅਸੀਂ ਕੀ ਕਰਦੇ ਹਾਂ, ਸਾਡੇ ਨਾਲ ਕੀ ਕੀ ਹੁੰਦਾ, ਉੱਦਾਂ ਦੀਆਂ ਗੱਲਾਂ ਨੇ ਸਾਰੀਆਂ, ਇਹ ਮੋਟੀਵੇਸ਼ਨਲ ਸਟੋਰੀਆਂ ਨੇ। ਤੇ ਉਹ ਸਾਧੂ ਜਿਹੜਾ ਸੀ ਨਾ, ਤੇ ਕੰਬਲ ਲੈ ਆਇਆ, ਉਹਨੂੰ ਠੰਡ ਲੱਗੀ। ਜਦੋਂ ਠੰਡ ਲੱਗੀ ਤੇ ਕੰਬਲ ਇੱਕ ਦਿਨ ਮੈਲਾ ਹੋਇਆ ਤੇ ਧੋ ਕੇ ਸੁੱਕਣਾ ਜਦੋਂ ਪਾਇਆ ਧੁੱਪੇ, ਤੇ ਚੂਹੇ ਨੇ ਉਹ ਕੁੱਤਰ ਦਿੱਤਾ। ਲੱਗਾ ਵੀ ਇਹ ਤਾਂ ਸਮੱਸਿਆ ਪੈਦਾ ਹੋ ਗਈ। ਤੇ ਪਿੰਡ ਵਿੱਚ ਗਿਆ ਤੇ ਉੱਥੋਂ ਬਿੱਲੀ ਲੈ ਆਇਆ, ਬਿੱਲੀ ਨੂੰ ਪਾਲ ਲਿਆ। ਬਿੱਲੀ ਚੂਹੇ ਨੂੰ ਤਾਂ ਖਤਮ ਕਰ ਦਿੱਤਾ, ਪਰ ਉਹ ਫਲਾਂ ਨੂੰ ਖਰਾਬ ਕਰਨ ਲੱਗ ਗਈ। ਫਿਰ ਇੱਕ ਕੁੱਤਾ ਲੈ ਆਇਆ, ਕੁੱਤੇ ਨੂੰ ਇਹਨੇ ਪਾਲ ਲਿਆ। ਤੇ ਐਵੇਂ ਫਿਰ ਉੱਥੇ ਇੱਕ ਇਸਤਰੀ ਆਈ, ਪਹਾੜੀ ਸੀ ਜਿਹੜਾ ਮਾਰਗ ਸੀ, ਉਹਦੀ ਬੱਕਰੀ ਉੱਥੇ ਗਵਾਚੀ ਹੋਈ ਸੀ, ਉਹਨੂੰ ਲੱਭਣ ਵਾਸਤੇ। ਤੇ ਉਹ ਆਉਂਦੀ ਰਹੀ। ਇਹਨੂੰ ਲੱਗਾ ਕਿ ਜੀਵਨ ਵਿੱਚ ਵਿਆਹ ਕਰਾ ਹੀ ਲੈਣਾ ਚਾਹੀਦਾ, ਉਹਦੇ ਨਾਲ ਵਿਆਹ ਕਰਵਾ ਲਿਆ ਇਹਨੇ। ਫਿਰ ਉਹਨੂੰ ਸਾਂਭਣ ਲਈ ਅੱਗੇ ਬੱਚੇ ਪੈਦਾ ਹੋ ਗਏ, ਔਲਾਦ ਹੋ ਗਈ। ਇੱਕ ਗਾਂ ਲੈ ਆਂਦੀ। ਹੌਲੀ ਹੌਲੀ ਇੱਦਾਂ ਵੱਧਦਾ ਗਿਆ ਕੰਮ। ਤੇ ਇਹਨੇ ਇੱਕ ਉੱਥੇ ਮੰਦਿਰ ਹੀ ਬਣਾ ਲਿਆ, ਚੜਾਵਾ ਆਉਣ ਲੱਗ ਗਿਆ ਉੱਥੇ। ਇਵੇਂ ਇਹ ਸਾਧੂ ਨਹੀਂ ਬਣ ਪਾਇਆ, ਵਪਾਰੀ ਬਣ ਗਿਆ। ਬਣਨ ਜਾਂਦੇ ਆ ਲੋਕ ਸਾਧੂ। ਦੋਵੇਂ ਭਾਦੋਂ ਦਾ ਮਹੀਨਾ, ਦੋ ਭਾਵ ਕੀ, ਬੰਦਾ ਸੰਸਾਰੀ ਵੀ ਬਣਨਾ ਚਾਹੁੰਦਾ, ਬੰਦਾ ਰੱਬ ਨੂੰ ਵੀ ਪਾਉਣਾ ਚਾਹੁੰਦਾ। ਹਰ ਬੰਦਾ ਪਾਉਣਾ ਚਾਹੁੰਦਾ, ਕਿਉਂਕਿ ਰੱਬ ਦਾ ਨਾਮ ਹੈ ਸਕੂਨ, ਸਦਾ ਵਾਲਾ ਸੁੱਖ। ਹਰ ਬੰਦਾ ਚਾਹੁੰਦਾ ਮੈਂ ਸਦਾ ਵਾਲਾ ਸੁੱਖ ਪਾਵਾਂ। ਇਹੋ ਜਿਹਾ ਸੁੱਖ ਤਾਂ ਫਿਰ ਬਾਣੀ ਦੇ ਵਿੱਚ ਹੀ ਆ। ਇਹੋ ਜਿਹਾ ਸੁੱਖ ਤਾਂ ਨਾਮ 'ਚ ਹੀ, ਇਹੋ ਜਿਹਾ ਸੁੱਖ ਤਾਂ ਸਿਮਰਨ 'ਚ ਹੀ ਆ। ਸੁੱਖ ਨਾਹੀਂ ਬਹੁਤੈ ਤਨ ਖਾਟੇ, ਸੁੱਖ ਨਾਹੀਂ ਪੇਖੈ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਕਈ ਜੋਗੀ ਸਾਧੂ ਬਣਨ ਜਾਂਦੇ ਨੇ, ਪਰ ਬਣ ਵਪਾਰੀ ਜਾਂਦੇ ਨੇ। ਦੋਵੇਂ ਦੋ ਦੇ ਵਿੱਚ ਬੰਦਾ ਜਿਉਂਦਾ। ਭਾਵ ਕਿ ਦੋ ਰਸਤੇ। ਹੁਣੇ ਬੰਦਾ ਸ਼ਾਂਤ ਆ, 15-20 ਮਿੰਟਾਂ ਬਾਅਦ ਉਹੀ ਬੰਦੇ ਨੂੰ ਤੁਸੀਂ ਗੁੱਸੇ 'ਚ ਦੇਖੋਗੇ। ਹੋਰਾਂ ਦੀ ਕੀ ਗੱਲ ਕਰੀਏ, ਅਸੀਂ ਆਪਣੇ ਵੱਲ ਹੀ ਦੇਖੀਏ, ਅਸੀਂ ਇੱਕਦਮ ਸ਼ਾਂਤ ਹੁੰਦੇ ਹਾਂ, ਅਸੀਂ ਇੱਕਦਮ ਕ੍ਰੋਧੀ ਹੁੰਦੇ ਹਾਂ। ਭਾਦੋਂ ਦੇ ਮਹੀਨੇ ਵਿੱਚ ਦਿਨ ਬਹੁਤ ਤਪਦਾ, ਪਸੀਨਾ ਆਉਂਦਾ, ਹੁਮਸ ਵਾਲੀ ਗਰਮੀ ਹੁੰਦੀ ਆ। ਪਰ ਰਾਤ ਜਿਹੜੀ 15-20 ਦਿਨਾਂ ਬਾਅਦ ਜਦੋਂ ਲੰਘਦਾ ਤੇ ਠੰਡੀਆਂ ਹੋਣ ਲੱਗ ਜਾਂਦੀਆਂ। ਦਿਨੇ ਗਰਮੀ, ਰਾਤ ਨੂੰ ਠੰਡਕ, ਦਿਨੇ ਗਰਮੀ, ਰਾਤ ਨੂੰ ਠੰਡਕ। ਮੌਸਮ ਦਾ ਫਰਕ ਪੈਂਦਾ। ਮਹਾਰਾਜ ਕਹਿੰਦੇ ਬੰਦਾ ਵੀ ਇੱਦਾਂ ਦਾ ਹੀ ਆ, ਭਾਦੋਂ ਦੇ ਮਹੀਨੇ ਵਰਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਕਦੇ ਤਪਿਆ ਕਦੇ ਠੰਡਾ, ਕਦੇ ਤਪਿਆ ਕਦੇ ਠੰਡਾ, ਕਦੇ ਸਾਧ ਕਦੇ ਚੋਰ। ਕਦੇ ਅੰਦਰ ਇਹਦੇ ਸੂਰਜ ਚੜਿਆ ਹੁੰਦਾ, ਕਦੇ ਡੁੱਬਿਆ ਹੁੰਦਾ। ਕਦੇ ਫੁੱਲ ਖਿੜੇ ਹੁੰਦੇ ਨੇ, ਕਦੇ ਕੰਡੇ ਹੁੰਦੇ ਨੇ। ਦੋ ਭਾਅ ਦੇ ਵਿੱਚ ਅਸੀਂ ਜਿਉਂਦੇ ਹਾਂ ਜ਼ਿੰਦਗੀ। ਇੱਦਾਂ ਦੇ ਸਾਡੇ ਕਰਮ ਹਨ। ਅੱਗੇ ਕਹਿੰਦੇ ਜੇਹਾ ਬੀਜੈ ਸੋ ਲੁਣੈ, ਕਰਮਾਂ ਸੰਧੜਾ ਖੇਤ। ਜੇ ਸਾਨੂੰ ਪਤਾ ਇਸ ਗੱਲ ਦਾ ਕਿ ਜ਼ਿੰਦਗੀ ਆ ਇਹ 'ਚ ਜਿਹੜਾ ਕੁਝ ਬੀਜਣਾ ਉਹੀ ਵੱਢਣਾ, ਉਹੀ ਖਾਣਾ। ਜੇ ਬੀਜ ਕੇ ਆਪ ਹੀ ਖਾਣਾ ਤਾਂ ਸੋਹਣੇ ਬੀਜ ਬੀਜਣੇ ਚਾਹੀਦੇ ਨੇ। ਸਿੱਧੀ ਗੱਲ ਇਹ ਹੈ, ਮੈਨੂੰ ਪਤਾ ਮੈਂ ਜਿਹੜਾ ਬੀਜਣਾ, ਜੇ ਮੈਂ ਕਣਕ ਬੀਜੀ ਆ, ਬਾਹਰੀ ਗੱਲ ਕਰੀਏ ਉਹ ਤੇ ਸਪਰੇਅ ਕੋਈ ਹੋਰ ਕਰੂਗਾ। ਜੇ ਮੈਂ ਝੋਨਾ ਲਾਇਆ ਉਹ ਤੇ ਕੋਈ ਹੋਰ ਸਪਰੇਅ ਕਰੂਗਾ, ਉਹਨੂੰ ਖਾਦ ਕੋਈ ਹੋਰ ਪਾਊਗਾ, ਸਾਂਭੂਗਾ ਕੋਈ ਤੇ ਵੱਢੂਗਾ ਕੋਈ, ਵੇਚੂਗਾ ਕੋਈ ਤੇ ਖਾਊਗਾ ਕੋਈ। ਪਰ ਇਹ ਸਰੀਰ ਧਰਤੀ, ਇਸ ਵਿੱਚ ਜੇਹਾ ਬੀਜੈ ਤੇਹਾ ਫਲ ਪਾਏ। ਪਰ ਸਰੀਰ ਵਿੱਚ ਇਹੋ ਜਿਹਾ ਨਹੀਂ ਹੁੰਦਾ। ਸਰੀਰ ਵਿੱਚ ਜੋ ਤੁਸੀਂ ਬੋਂਦੇ ਹੋ ਉਹ ਤੁਸੀਂ ਵੱਢਦੇ ਹੋ, ਉਹ ਤੁਸੀਂ ਖਾਂਦੇ ਹੋ। ਸਰੀਰ ਵੀ ਇੱਕ ਧਰਤੀ ਆ। ਜਿਸ ਦਿਨ ਤੁਹਾਨੂੰ ਪਤਾ ਲੱਗੇਗਾ ਇਹ ਸਰੀਰ ਇੱਕ ਧਰਤੀ ਆ, ਇਹ ਸਰੀਰ ਵਿੱਚ ਮੈਂ ਮਾੜੀ ਚੀਜ਼ ਨਹੀਂ ਬੀਜਣੀ, ਸਰੀਰ ਗੁਰਦੁਆਰਾ ਹੈ, ਉਦੋਂ ਤੁਸੀਂ ਇਹ 'ਚ ਗਲਤ ਚੀਜ਼ ਨਹੀਂ ਰੱਖੋਗੇ। ਸਰੀਰ ਇੱਕ ਫਰਿੱਜ ਹੈ, ਇਹਦੇ ਵਿੱਚ ਮੈਂ ਗਲਤ ਚੀਜ਼ਾਂ ਨਹੀਂ ਰੱਖਣੀਆਂ, ਉਹ ਸਾਰੀਆਂ ਚੀਜ਼ਾਂ ਨੂੰ ਖਰਾਬ ਕਰ ਦੇਊਗੀ। ਬਹੁਤੇ ਲੋਕ ਇੱਥੇ ਨੇ ਜਿਨ੍ਹਾਂ ਨੇ ਆਪਣੇ ਸਰੀਰ ਵਿੱਚ ਗਲਤ ਚੀਜ਼ਾਂ ਰੱਖੀਆਂ ਨੇ, ਕਾਰਨ ਉਹ ਜਾਣਦੇ ਨਹੀਂ ਵੀ ਸਰੀਰ ਗੁਰਦੁਆਰਾ। ਸਰੀਰ ਦੇ ਜਿਹੜੇ ਕੇਸ ਨੇ ਨਾ, ਸਾਡਾ ਸਿਹਰਾ ਇਹ ਗੁੰਬਦ ਆ, ਜਿਵੇਂ ਗੁਰਦੁਆਰੇ ਦਾ ਗੁੰਬਦ ਆ। ਹਰ ਮੰਦਰ ਇਹੋ ਸਰੀਰ ਹੈ,
ਇਹ ਗੁਰਦੁਆਰਾ ਹੀ ਹੈ। ਜੇ ਜਿਸ ਦਿਨ ਤੁਸੀਂ ਸਰੀਰ ਨੂੰ ਗੁਰਦੁਆਰਾ ਸਮਝੋਗੇ, ਉਸ ਦਿਨ ਹੀ ਤੁਸੀਂ ਜਾਣੋਗੇ ਗੁਰਦੁਆਰੇ ਵਿੱਚ ਗਲਤ ਚੀਜ਼ਾਂ ਨਹੀਂ ਰੱਖੀ ਦੀਆਂ, ਬੈਨ ਹੁੰਦੀਆਂ ਨੇ, ਉਹ ਗੁਨਾਹ ਹੁੰਦਾ, ਪਾਪ ਹੁੰਦਾ। ਜਿਸ ਦਿਨ ਤੁਸੀਂ ਜਾਣ ਲਿਆ ਮੈਂ ਹੀ ਗੁਰਦੁਆਰਾ ਹਾਂ, ਮੈਂ ਹੀ ਸਰੀਰ, ਮੇਰਾ ਸਾਰਾ ਹਰਮੰਦਰ ਆ, ਹਰੀ ਦਾ ਮੰਦਰ ਆ, ਤਾਂ ਗਲਤ ਚੀਜ਼ ਤੁਸੀਂ ਰੱਖਣੀ ਨਹੀਂ। ਗਲਤ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ? ਕ੍ਰੋਧ ਗਲਤ ਚੀਜ਼ ਆ, ਗੁੱਸਾ ਗਲਤ ਚੀਜ਼ ਆ, ਪਾਪ ਗਲਤ ਚੀਜ਼ ਨੇ, ਗੁਨਾਹ ਗਲਤ ਚੀਜ਼ ਨੇ, ਈਰਖਾ, ਸਾੜਾ, ਦੁਬਦਾ ਗਲਤ ਚੀਜ਼ਾਂ ਨੇ, ਤੁਸੀਂ ਆਪੇ ਹੀ ਨਹੀਂ ਰੱਖਣੀਆਂ। ਅਸਲ 'ਚ ਗੱਲ ਇਹ ਆ, ਸਾਨੂੰ ਨਹੀਂ ਪਤਾ ਕਿ ਸਾਡਾ ਸਰੀਰ ਗੁਰਦੁਆਰਾ ਹੈ। ਇੱਕ ਲੇਖਕ ਨੇ ਇੱਕ ਘਟਨਾ ਲਿਖੀ ਆ ਬੜੀ ਸੁੰਦਰ, ਤੇ ਬਹੁਤ ਸੋਹਣੀਆਂ ਸੋਹਣੀਆਂ ਕਿਤਾਬਾਂ ਨੇ, ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ। ਜੇ ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਤਾਂ ਉਹਨਾਂ ਦਾ ਤੁਹਾਨੂੰ ਕੋਈ ਲਾਭ ਨਹੀਂ। ਤਾਂ ਉਹ ਲਿਖਦਾ ਹੈ, ਕਹਿੰਦਾ ਜਦੋਂ ਮੈਂ ਕੇਸੀ ਨਹਾਉਣ ਲੱਗਦਾ ਹਾਂ ਤਾਂ ਮੈਂ ਆਪਦੇ ਦਿਲ ਵਿੱਚ ਇਹ ਅਰਦਾਸ ਕਰਦਾ, ਮਨਾ ਕੇਸਾਂ ਦੀ ਮੈਲ ਤਾਂ ਧੋਤੀ ਜਾਊਗੀ ਸ਼ੈਂਪੂ ਦੇ ਨਾਲ, ਸਾਬਣ ਦੇ ਨਾਲ, ਪਰ ਜਿਹੜੇ ਮੈਲੇ ਵਿਚਾਰ ਨੇ ਤੇ ਉਹਨਾਂ ਨੂੰ ਵੀ ਤਾਂ ਧੋਣਾ ਜ਼ਰੂਰੀ ਆ। ਕੇਸਾਂ ਦੀ ਮੈਲ ਤਾਂ ਆਪਾਂ ਕੱਢ ਦਿੱਤੀ, ਉਹ ਉਜਲੇ ਹੋ ਗਏ, ਸਾਫ਼ ਹੋ ਗਏ, ਤੇ ਜਿਹੜੇ ਮਨ ਦੇ ਵਿੱਚ ਪਾਪ ਆ, ਸਿਰ ਦੇ ਵਿੱਚ ਮਾੜੇ ਖਿਆਲ ਆ, ਇਹਨਾਂ ਨੂੰ ਵੀ ਧੋਣਾ ਜ਼ਰੂਰੀ ਆ। ਕੇਸੀ ਨਹਾਉਣਾ ਜ਼ਰੂਰੀ ਆ, ਸਰੀਰ ਦੀ ਸਫਾਈ ਜ਼ਰੂਰੀ ਆ। ਉਦੋਂ ਵੀ ਜ਼ਰੂਰੀ ਆ ਮਨ ਦੀ ਸਫਾਈ, ਮਨ ਦੀ ਸਫਾਈ ਉਦੋਂ ਵੀ ਜ਼ਰੂਰੀ ਆ, ਨਹੀਂ ਤਾਂ ਆਪਾਂ ਡੁੱਬ ਜਾਵਾਂਗੇ, ਗੁਰੂ ਮਹਾਰਾਜ ਦੀ ਬਾਣੀ ਤੋਂ ਓਹਲੇ ਹੋ ਕੇ ਡੁੱਬ ਜਾਵਾਂਗੇ। ਇਸ ਕਰਕੇ ਗੁਰੂ ਕਦੇ ਵੀ ਸਾਨੂੰ ਪਿੱਠ ਨਹੀਂ ਦਿਖਾਉਂਦਾ। ਗੁਰੂ ਤਾਂ ਬਾਹਾਂ ਵੀ ਫੈਲਾਈਆਂ ਨੇ, ਹੱਥ ਵੀ ਫੈਲਾਏ ਨੇ, ਆਵਾਜ਼ਾਂ ਮਾਰੀ ਜਾਂਦਾ, ਬੰਦਾ ਹੀ ਆ ਜਿਹੜਾ ਤੋਂ ਮੁਨਕਰ ਹੁੰਦਾ। ਭਾਈ ਗੁਰਦਾਸ ਜੀ ਦਾ ਇੱਕ ਕਵਿਤ ਕਹੀਏ ਤੇ ਸਮਾਪਤੀ ਵੱਲ ਆਪਾਂ ਚੱਲੀਏ। ਭਾਈ ਗੁਰਦਾਸ ਦੀ ਬਾਣੀ ਬੜੀ ਸੁੰਦਰ ਹੈ, ਠੇਠ ਪੰਜਾਬੀ 'ਚ, ਜਿਹੜੀਆਂ ਉਹਨਾਂ ਦੀਆਂ 12 ਨੇ। ਅਸੀਂ ਪੰਜਾਬੀ ਵਿਗਾੜ ਦਿੱਤੀ ਹੈ, ਜਿਹਦੇ ਕਰਕੇ ਅਸੀਂ ਸ਼ੁੱਧ ਨਹੀਂ ਬੋਲਦੇ, ਪਰ ਉਹਨਾਂ ਦੀ ਬਾਣੀ ਸ਼ੁੱਧ ਆ। ਕਵਿਤ ਮਹਿੰਗੀ ਬਾਣੀ। ਇੱਕ ਕਵਿਤ ਵਿੱਚ ਉਹ ਦੱਸਦੇ ਆ ਵੀ ਬੰਦੇ ਦਾ ਕੀ ਹਾਲ ਆ, ਆਪਾਂ ਕੀ ਕਰਦੇ ਹਾਂ। ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤ, ਇੱਕ ਟੱਕ ਪੱਗ ਡਗ ਮਗ ਸਾਵਧਾਨ ਹੈ। ਕਹਿੰਦੇ ਤੁਸੀਂ ਕਦੇ ਕੀੜੀਆਂ ਨੂੰ ਦੇਖਿਓ ਧਿਆਨ ਦੇ ਨਾਲ, ਗੌਰ ਦੇ ਨਾਲ। ਇੱਕ ਉਹਨਾਂ 'ਚ ਸਰਦਾਰ ਕੀੜੀ ਹੁੰਦੀ ਆ, ਉਹ ਨਾ ਜੇ ਉਹਨੂੰ ਕੁਝ ਲੱਭ ਪਵੇ, ਉਹ ਆ ਕੇ ਆਪਦੀਆਂ ਸਹੇਲੀਆਂ ਨੂੰ ਕਹਿੰਦੀ ਆ, ਦੋਸਤਾਂ ਨੂੰ ਕਹਿੰਦੀ ਆ, ਫਲਾਣੀ ਜਗ੍ਹਾ ਤੇ ਮੈਂ ਇੱਕ ਖੰਡ ਦਾ ਦਾਣਾ ਲੱਭਿਆ, ਮੈਂ ਇਕੱਲੀ ਨਹੀਂ ਖਾਣਾ ਚਾਹੁੰਦੀ, ਵੰਡ ਕੇ ਖਾਣਾ ਚਾਹੁੰਦੀ ਆ। ਉਹ 'ਚ ਤੀਜਾ ਸਿਧਾਂਤ ਸਿੱਖੀ ਦਾ ਵੰਡ ਛਕੋ ਵਾਲਾ ਹੈਗਾ। ਬੰਦੇ ਨੂੰ ਕੁਝ ਲੱਭ ਜੇ ਬੰਦਾ ਲੁਕਾਉਂਦਾ ਹੈ। ਨੀਚੋ ਨੀਚ ਸਦਾਵਣਾ, ਕੀੜੀ ਹੋਏ ਨਾ ਆਪ ਗਣਾਵੇ, ਘਿਓ ਸ਼ੱਕਰ ਦੀ ਵਾਸ ਲੈ, ਜਿੱਥੇ ਧਰੀ ਤਿੱਥੇ ਚੱਲ ਜਾਵੇ। ਭਾਈ ਗੁਰਦਾਸ ਦੀ ਬਾਣੀ ਆਏ। ਘਿਓ ਲੱਭ ਜੇ, ਸ਼ੱਕਰ ਲੱਭ ਜੇ, ਖੰਡ ਲੱਭ ਜੇ, ਕੁਝ ਵੀ ਲੱਭ ਜੇ, ਗੁੜ ਲੱਭ ਜੇ, ਸਹੇਲੀਆਂ ਨੂੰ ਕਹਿੰਦੀ ਆਓ ਮੇਰੇ ਮਗਰ ਮਗਰ ਤੇ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ। ਜੈਸੇ ਇੱਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤ, ਇੱਕ ਟੱਕ ਪੱਗ ਡਗ ਮਗ ਸਾਵਧਾਨ ਹੈ। ਸਾਵਧਾਨੀ ਨਾਲ ਚੱਲਦੀਆਂ ਨੇ ਪਿੱਛੇ ਪਿੱਛੇ। ਆਪਾਂ ਭਾਵੇਂ ਉਹਨਾਂ ਦੀ ਲੈਣ ਤੋੜ ਦਈਏ, ਤੁਰੇ ਜਾਂਦੇ, ਫਿਰ ਲੈਣ ਬਣਾ ਲੈਂਦੀਆਂ ਨੇ। ਐਵੇਂ ਹੀ ਕੀ ਹੁੰਦਾ, ਜੈਸੇ ਕੂੰਜ ਭਾਂਤ ਭਲੀ ਭਾਂਤ, ਸ਼ਾਂਤ ਸਹਿਜ ਮੈਂ ਉੜਤੇ ਆਕਾਸ਼ ਚਾਰੀ, ਆਗੇ ਅਗਵਾਨ ਹੈ। ਇੱਦਾਂ ਹੀ ਬਿਲਕੁਲ ਹੁੰਦਾ। ਕੂੰਜਾਂ ਹੁੰਦੀਆਂ ਨੇ ਅਸਮਾਨ 'ਚ ਉੱਡਣ ਵਾਲੀਆਂ, ਉਹਨਾਂ 'ਚ ਇੱਕ ਸਿਰਦਾਰ ਕੂੰਜ ਹੁੰਦੀ ਹੈ ਅੱਗੇ ਜਿਹੜੀ ਉੱਡਦੀ ਆ। ਜੇ ਉਹ ਖੱਬੇ ਜਾਊਗੀ, ਪਿਛਲੀਆਂ ਨੇ ਖੱਬੇ ਉੱਡਣਾ। ਜੇ ਉਹ ਸੱਜੇ ਉੱਡੂਗੀ, ਸੱਜੇ ਵੱਲ ਨੂੰ ਉਹਨਾਂ ਸੱਜੇ ਜਾਣਾ, ਮਰਜ਼ੀ ਨਹੀਂ ਕਰਦੀਆਂ। ਅੱਗੇ ਇੱਕ ਉਦਾਹਰਨ ਦਿੰਦੇ ਨੇ, ਜੈਸੇ ਮ੍ਰਿਗ ਮਾਲ ਚਾਲ ਚਲਤ ਟਲਤ ਨਾਹੀਂ, ਜਤਰ ਤਤਰ ਅਗਰ ਭਾਗੀ ਰਮਤ ਤਤ ਧਿਆਨ ਹੈ। ਐਵੇਂ ਕਹਿੰਦੇ ਹਿਰਨ ਹੁੰਦੇ ਆ, ਹਿਰਨਾਂ ਦੇ ਬੱਚੇ ਹੁੰਦੇ ਆ, ਹਿਰਨੀਆਂ ਹੁੰਦੀਆਂ। ਉਹਨਾਂ 'ਚ ਜੰਗਲ 'ਚ ਇੱਕ ਸਰਦਾਰ ਹਿਰਨ ਹੁੰਦਾ, ਉਹਨੂੰ 12 ਸਿੰਘਾ ਕਹਿੰਦੇ ਨੇ। ਉਹ ਅੱਗੇ ਅੱਗੇ ਚੱਲਦਾ ਸਾਰਿਆਂ ਦੇ, ਕਹਿੰਦਾ ਮੇਰੇ ਪਿੱਛੇ ਪਿੱਛੇ ਆਇਓ, ਮਰਜ਼ੀ ਨਾ ਕਰਿਓ। ਪਿਛਲੇ ਹਿਰਨੀਆਂ ਬੱਚੇ ਮਰਜ਼ੀ ਨਹੀਂ ਕਰਦੇ। ਉਹ ਉਹਨਾਂ ਨੂੰ ਦੇਖ ਕੇ ਚਲਾਉਂਦਾ ਵੀ ਅੱਗੋਂ ਸ਼ੇਰ ਤਾਂ ਨਹੀਂ ਆ ਰਿਹਾ, ਕੋਈ ਚੀਜ਼ ਤਾਂ ਨਹੀਂ ਆ ਰਿਹਾ, ਜੰਗਲੀ ਜਾਨਵਰ। ਬਹੁਤ ਸਾਵਧਾਨੀ ਨਾਲ ਚੱਲਦਾ। ਪਿੱਛੇ ਵੀ ਉਹਦੇ ਹਿਰਨੀਆਂ ਬੱਚੇ ਉਹਦਾ ਕਹਿਣਾ ਮੰਨਦੇ ਆ, ਮਰਜ਼ੀ ਨਹੀਂ ਕਰਦੇ। ਹੁਣ ਭਾਈ ਗੁਰਦਾਸ ਜੀ ਇੱਥੇ ਕੀੜੀਆਂ ਦੀ ਉਦਾਹਰਨ, ਕਦੇ ਹਿਰਨਾਂ ਦੀ ਉਦਾਹਰਨ,
कदे पंछियां दी उदाहरण दे के की कहना चाहुंदे ने, कहंदे ने कि कीटी खग मृग सन्मुख पाछे लागे जाहे, प्राणी गुर पंथ छाड़ चलते अज्ञान है। एक बंदा ही आ, कीड़ियां भी आपदी सरदार कीड़ी पिछे चलदियां, कूंजां भी पंछी भी आपदे सरदार पंछी पिछे चलदे आ, ते हिरनियां हिरन बच्चे आपदे सरदार हिरन पिछे चलदे आ। पर एक बंदा ही आ जिहड़ा पंथ नूं छड्ड के, प्राणी गुर पंथ छाड़ चलते अज्ञान है, गुरु ग्रंथ जी नूं छड्ड के होर पासे तुरिया फिरदा एक बंदा ही आ। ਇਹ ਅਸਲ ਦੇ ਵਿੱਚ ਫਿਰ ਆਪਾਂ ਕੀ ਕਹੀਏ, ਕਹਿੰਦੇ ਤੂੰ ਸਿੱਖਾਂ ਕੀੜੀਆਂ ਕੋਲ ਥੋੜਾ ਜਿਹਾ ਸਿੱਖ ਲਿਆ ਕਰ। ਇਹ ਗੱਲ ਆ, ਤੂੰ ਸਿੱਖਾਂ ਪੰਛੀਆਂ ਤੋਂ ਸਿੱਖ ਲਿਆ ਕਰ, ਤੂੰ ਸਿੱਖਾਂ ਹਿਰਨਾਂ ਤੋਂ ਹੀ ਸਿੱਖ ਲਿਆ ਕਰ, ਤੂੰ ਸਿੱਖਾਂ ਫੁੱਲਾਂ ਤੋਂ ਹੀ ਸਿੱਖ ਲਿਆ ਕਰ। ਤੇਰਾ ਨਾਮ ਮੈਂ ਸਿੱਖ ਤਾਂ ਧਰਿਆ ਸੀ, ਸਿੱਖ 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 ਤੇ ਸਿੱਖ ਹੋ ਜਾ। ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਹੈ ਵਾਹਿਗੁਰੂ ਜੀ, ਮੈਂ ਤੇਰੇ ਚਰਨਾਂ ਦੀ ओट तकनी आ, मैनू आपदे नाम दा जहाज दे, मैं उस सवार होना चाहना ते जाना चाहता हाँ वो देश जिथे सुख सुख नहीं लगता, जिथे दुख दुख नहीं लगता। अखीरली पंक्ति विच कहंदे ने, से भादोए नरक न पाई है, गुर रखण वाला हेत। भादों दे महीने विच ओ बंदा नरकां च नहीं पैंदा जी ते महाराज दी किरपा हो जे। किरपा किहदे ते हुंदी आ? जिहड़ा संगत करदा, जिहड़ा गुरु घरे आउंदा, जिहड़ा गुरु नूं सुणदा, ਉਹ ਤੇ किरपा हुंदी आ ना। नहीं बंदा क्रोध च ही सड़ी जांदा। भादों दा महीना जिवें तपदा ना, नहीं बंदा इवें ही तपी जांदा। जे गुरु दी शरण पै जे, भादों नरक न पाई है, गुर रखण वाला हेत। भादों दे महीने विच ਉਹ बंदा नरकां च नहीं पैंदा जिते गुरु महाराज किरपा कर दिंदे ने। ਉਹਨੂੰ जिंदगी जिउणी आ जांदी आ, माननी आ जांदी आ। कोई बन गया रौनक पखियां दी, कोई छोड़ के शीश महल चलिया, कोई पलिया नाज ते नखरियां विच, कोई गर्म रेत ते थल चलिया, कोई भुल गया मकसद आवण दा, कोई करके मकसद हल चलिया। गुलाम फरीदा इत्थे सब मुसाफिर, कोई अज चलिया कोई कल चलिया। इस करके ਇੱਥੇ ਬੰਦੇ ਮੁਸਾਫਰ ਆ, ਤੁਸੀਂ ਮੈਂ ਅਸੀਂ ਸਾਰੇ ਕੁਝ ਸਮੇਂ ਲਈ ਇਕੱਠੇ ਹੋਏ ਹਾਂ ਤੇ ਇਹ ਨਹੀਂ ਪਤਾ ਕਿ ਕਿਹਦਾ ਸਟੇਸ਼ਨ ਪਹਿਲਾਂ ਆ ਜਾਏਗਾ। ਬੱਚਿਆਂ ਦਾ ਵੀ ਕਈ ਵਾਰੀ ਪਹਿਲਾਂ ਆ ਜਾਂਦਾ, ਨੌਜਵਾਨਾਂ ਦਾ ਮੌਤ ਦਾ ਸਟੇਸ਼ਨ ਪਹਿਲਾਂ ਆ ਜਾਂਦਾ, ਕਈ ਵਾਰੀ ਬਜ਼ੁਰਗਾਂ ਦਾ ਪਹਿਲਾਂ ਆ ਜਾਂਦਾ, ਪਤਾ ਨਹੀਂ। ਇਸ ਕਰਕੇ ਸਾਨੂੰ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਣਾ ਚਾਹੀਦਾ, ਆਪਦੇ ਪਰਿਵਾਰ ਦੇ ਮੈਂਬਰਾਂ ਦਾ ਖਿਆਲ ਰੱਖਣਾ ਚਾਹੀਦਾ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਆ, ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਸੁਣਨਾ ਚਾਹੀਦਾ, ਸਮਝਣਾ ਚਾਹੀਦਾ ਤੇ ਗੁਰੂ ਦੇ ਅੱਗੇ ਅਰਦਾਸ ਕਰਕੇ ਇਹਨਾਂ ਸਮੱਸਿਆਵਾਂ ਦਾ ਹੱਲ ਮਿਲ ਹੀ ਜਾਂਦਾ। ਤੇ ਸਾਰੀਆਂ ਸਮੱਸਿਆਵਾਂ, ਇਹੋ ਜਿਹਾ ਕੋਈ ਜਿੰਦਾ ਨਹੀਂ ਜਿਹੜਾ ਖੁੱਲ੍ਹ ਨਹੀਂ ਸਕਦਾ, ਕੋਈ ਨਾ ਕੋਈ ਕੁੰਜੀ ਜ਼ਰੂਰ ਹੁੰਦੀ ਆ ਤੇ ਇਹੋ ਜਿਹੀ ਕੋਈ ਸਮੱਸਿਆ ਨਹੀਂ ਜਿਹੜੀ ਹੱਲ ਨਹੀਂ ਹੁੰਦੀ। ਹੌਸਲੇ ਨਾਲ, ਠੰਡੇ ਜਿਹੜੇ ਨੇ ਤੇ ਦਿਮਾਗ ਦੇ ਨਾਲ ਸਾਰੀਆਂ ਚੀਜ਼ਾਂ ਹੱਲ ਹੋ ਜਾਂਦੀਆਂ ਨੇ। ਸਾਨੂੰ ਕਰਨੀਆਂ ਆਉਣੀਆਂ ਚਾਹੀਦੀਆਂ, ਗੁਰੂ ਦੀ ਬਾਣੀ ਦੇ ਅਨੁਸਾਰ ਹਰ ਚੀਜ਼ ਦਾ ਹੱਲ ਹੁੰਦਾ। ਸੋ ਇਹੀ ਗੁਰੂ ਨੇ ਦੱਸਿਆ ਹੈ। ਭਾਦੋਂ ਦਾ ਮਹੀਨਾ ਅੱਜ ਸ਼ੁਰੂਆਤ ਹੋਈ ਆ। ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਸਾਰੇ ਨਗਰ ਵਿੱਚ ਏਕਤਾ, ਥਵਾਕ, ਸੁਖ ਸ਼ਾਂਤੀ ਅਤੇ ਭਾਈਚਾਰੇ ਦੀ ਦਾਤ ਸਾਨੂੰ ਬਖਸ਼ਿਸ਼ ਕਰਨ। ਬੱਚਿਆਂ ਨੂੰ ਵਿੱਦਿਆ ਦਾ ਦਾਨ ਬਖਸ਼ਣ, ਫਸਲਬਾੜੀ ਤੇ ਕਿਰਪਾ ਕਰਨ ਮਹਾਰਾਜ। ਤੇ ਚੱਲ ਰਹੇ ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਵਿੱਚ ਬਰਕਤਾਂ ਪਾਉਣ, ਉਹਦੇ ਵਿੱਚ ਵੀ ਸਾਡੀ ਫਤਿਹ ਹੋਵੇ। ਸਾਹਿਬ ਜੀ ਕਿਰਪਾ ਹੀ ਕਰਨ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ, ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ ਹੈ, ਗੁਰ ਰੱਖਣ ਵਾਲਾ ਹੇਤ। ਸੇ ਭਾਦੋਏ ਨਰਕ ਨਾ ਪਾਈਐ ਹੈ, ਗੁਰ ਰੱਖਣ ਵਾਲਾ ਹੇਤ। ਭੁੱਲ ਚੁੱਕ ਦੀ ਖਿਮਾ,
ਪਿਆਰ ਸਤਿਕਾਰ ਦੇ ਨਾਲ ਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਾ